ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਝਾਕੀ ਦੀ। ਇੱਕ ਝਾਕੀ ਜਿਹੜੀ ਕਰਤੱਵਯ ਪਥ ਦੇ ਉੱਤੇ, ਪਹਿਲਾਂ ਰਾਜਪਥ ਸੀ, ਹੁਣ ਕਰਤੱਵਯ ਪਥ ਹੋ ਚੁੱਕਿਆ ਦਿੱਲੀ 'ਚ। ਕਰਤੱਵਯ ਪਥ ਦੇ ਉੱਤੇ 26 ਜਨਵਰੀ ਨੂੰ ਨਜ਼ਰ ਆਉਣਗੀਆਂ ਉਹਨਾਂ ਝਾਕੀਆਂ ਦਾ ਜ਼ਿਕਰ, ਤੇ ਦੂਜੀ ਝਾਕੀ ਸਿਆਸੀ ਝਗੜੇ ਦੇ ਵਿੱਚ ਨਜ਼ਰ ਆ ਰਹੀ ਹੈ। ਖਬਰ ਕੀ ਹੈ? ਖਬਰ ਹੈ ਕਿ ਪੰਜਾਬ ਦੀ ਝਾਕੀ ਇਸ ਵਾਰ ਗਣਰਾਜ ਦਿਹਾੜੇ ਦੇ ਮੌਕੇ ਦੇ ਉੱਤੇ ਜਦੋਂ ਦਿੱਲੀ ਵਾਲੀ ਪਰੇਡ ਹੋਏਗੀ, ਆਪਾਂ ਦੇਖਾਂਗੇ ਸਵੇਰੇ ਉੱਠ ਕੇ 26 ਜਨਵਰੀ ਨੂੰ, ਤਾਂ ਉਹ ਝਾਕੀ ਪੰਜਾਬ ਦੀ ਉੱਥੇ ਨਜ਼ਰ ਨਹੀਂ ਆਏਗੀ। ਚਰਚਾ ਕਿਉਂ ਹੈ ਅੱਜ? ਚਰਚਾ ਇਸ ਲਈ ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਪੰਜਾਬ ਦੇ ਨਾਲ ਵਿਤਕਰਾ ਕਰਨ ਦੇ ਕੇਂਦਰ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਕੇਂਦਰ ਸਰਕਾਰ ਨੇ ਵਿਤਕਰਾ ਕਰਤਾ ਔਰ ਪੰਜਾਬ ਦੀ ਝਾਕੀ ਨੂੰ ਆਊਟ ਕਰ ਦਿੱਤਾ ਗਿਆ। ਬੀਜੇਪੀ ਦਾ ਵੀ ਤਰਕ ਹੈ, ਯਾਨੀ ਕੇਂਦਰ ਸਰਕਾਰ ਦਾ। ਉਹਨਾਂ ਦਾ ਤਰਕ ਹੈ ਕਿ ਇਸ ਵਾਰ ਜੋ ਪ੍ਰੋਸੈਸ ਅਪਣਾਇਆ ਜਾਂਦਾ ਹੈ ਉਹ ਚੰਗੀ ਤਰ੍ਹਾਂ ਅਪਣਾਇਆ ਨਹੀਂ ਗਿਆ ਪੰਜਾਬ ਸਰਕਾਰ ਦੇ ਵੱਲੋਂ, ਇਸ ਕਰਕੇ ਝਾਕੀ ਲਿਸਟ ਦੇ ਵਿੱਚ ਨਹੀਂ ਹੈ, ਜਾਂ ਕਹਿ ਦਈਏ ਕਿ ਆਊਟ ਕਰ ਦਿੱਤੀ ਗਈ। ਹੁਣ ਸਵਾਲ ਇਹ ਹੈ ਕਿ ਪੰਜਾਬ ਦੀ ਝਾਕੀ ਨਾ ਹੋਣ ਦੀ ਅਸਲ ਵਜ੍ਹਾ ਹੈ ਕੀ, ਤੇ ਜ਼ਿੰਮੇਵਾਰ ਕੌਣ ਹੈ? ਕਿ ਇਹ ਕੋਈ ਰੂਟੀਨ ਪ੍ਰੋਸੈਸ ਤਾਂ ਨਹੀਂ, ਕਿਉਂਕਿ ਝਾਕੀ ਤਾਂ 2017 ਦੇ ਵਿੱਚ ਵੀ ਪੰਜਾਬ ਦੀ ਨਹੀਂ ਸੀ, ਕਰੀਬ 5 ਸਾਲ ਲਗਾਤਾਰ ਰਹੀ ਹੈ। ਉਸ ਤੋਂ ਬਾਅਦ 2017 ਦੇ ਵਿੱਚ ਨਹੀਂ ਸੀ, ਔਰ ਕਾਬਿਲੇ ਗੌਰ ਇਹ ਵੀ ਹੈ ਕਿ 2017 ਦੇ ਵਿੱਚ 26 ਜਨਵਰੀ ਸੋਚ ਕੇ ਦੇਖੋ, ਜਦੋਂ ਇਲੈਕਸ਼ਨ ਦਾ ਬਿਗਲ ਵੱਜਿਆ ਹੋਇਆ ਸੀ ਪੰਜਾਬ ਦੇ ਵਿੱਚ, ਉਸ ਸਮੇਂ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ, ਜਿਹੜੀ ਸੈਂਟਰ ਵਾਲੀ ਜੋ ਸਰਕਾਰ ਸੀ, ਉਹ ਭਾਈਵਾਲ ਬੀਜੇਪੀ ਪੰਜਾਬ ਦੇ ਵਿੱਚ ਵੀ ਸੀ। ਪਰ ਸਵਾਲ ਇਹ ਵੀ ਹੈ ਕਿ ਜਿਹੜੇ ਸੂਬਿਆਂ ਦੀ ਇਸ ਵਾਰ ਝਾਕੀ ਨਹੀਂ ਹੈ, ਉਹਨਾਂ ਦੇ ਵਿੱਚ ਜ਼ਿਆਦਾਤਰ ਗੈਰ ਬੀਜੇਪੀ ਸ਼ਾਸਤ ਸੂਬੇ ਨੇ। ਕਿ ਵਾਕਈ ਇਹ ਵੀ ਕੋਈ ਐਂਗਲ ਹੈ? ਖੈਰ, ਚਰਚਾ ਇਸ ਦੇ ਉੱਤੇ ਅੱਜ ਕਰਾਂਗੇ। ਗੱਲ ਕਰਾਂਗੇ ਝਾਕੀ ਤੇ ਝਗੜੇ ਦੀ। ਸ਼ੁਰੂਆਤ ਇੱਕ ਰਿਪੋਰਟ ਦੇ ਨਾਲ। गणतंत्र दिवस मौके होने जा रही परेड 'ਚ इस बार पंजाब ਦੀ ਝਾਕੀ ਨੂੰ ਮਨਜ਼ੂਰੀ नहीं मिली है, जिस ਨੂੰ ਲੈ ਕੇ ਪੰਜਾਬ 'ਚ ਸਿਆਸੀ ਘਮਸਾਨ ਛਿੜ ਗਿਆ। ਪੰਜਾਬ ਸਰਕਾਰ ਨੇ ਕੇਂਦਰ ਤੇ ਵਿਤਕਰੇ ਕਰਨ ਦੇ ਇਲਜ਼ਾਮ ਲਾਏ ਨੇ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਅੰਦਰ, ਦੇਸ਼ ਦੀ ਜਦੋਂ ਆਜ਼ਾਦ ਹੋ ਰਿਹਾ ਸੀ, ਪੰਜਾਬ ਦੇ ਕਿੰਨੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਪੰਜਾਬ ਦੇ ਕਿੰਨੇ ਲੋਕਾਂ ਨੇ ਆਪਣੀ ਸ਼ਹਾਦਤ ਦਾ ਜਾਮ ਪੀਤਾ। ਉਸ ਹਿਸਟਰੀ ਨੂੰ, ਉਸ ਇਤਿਹਾਸ ਨੂੰ ਜਿਹੜਾ ਹੈਗਾ ਪ੍ਰੈਜ਼ੈਂਟ ਕਰਨਾ ਸੀਗਾ। ਸੋ ਮੈਂ ਸਮਝਦਾ ਕੇਂਦਰ ਸਰਕਾਰ ਜਾਣਬੁੱਝ ਕੇ ਕੋਝੀ ਚਾਲ ਚੱਲੀ ਆ ਉਹਨਾਂ ਨੇ। ਉਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਕੇ ਕੇਂਦਰ ਨੂੰ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਜਦਕਿ ਅਕਾਲੀ ਆਗੂ ਚੰਦੂ ਮਾਜਰਾ ਨੇ ਮਸਲੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ। ਪੰਜਾਬ ਦਾ ਬਹੁਤ ਵੱਡਾ ਅਨਿਆਂ ਹੈ। ਪੰਜਾਬ ਨੂੰ ਇੱਕ ਕਿਸਮ ਦਾ ਅੱਖੋਂ ਪਰੋਖੇ ਕਰਨ ਵਾਲੀ ਗੱਲ ਆ, ਔਰ ਪੰਜਾਬ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ। ਪੰਜਾਬ ਸਰਕਾਰ ਨੂੰ ਇਹਦੀ ਗੰਭੀਰਤਾ ਦਿਖਾਉਣੀ ਚਾਹੀਦੀ ਆ। ਪੰਜਾਬ ਸਰਕਾਰ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਬੈਠੀ ਆ, ਔਰ ਇਹ ਕਿੱਥੇ ਢਿੱਲ ਰਹੀ ਆ, ਕਿਉਂ ਢਿੱਲ ਹੋਈ ਆ, ਕੀ ਕਾਰਨ ਬਣੇ ਨੇ ਇਹ ਝਾਕੀਆਂ ਵਿੱਚ ਪੰਜਾਬ ਨੂੰ ਅੱਖੋਂ ਓਹਲੇ ਕਰਨ ਦੇ। ਇਹ ਮੈਂ ਸਮਝਦਾ ਪੰਜਾਬ ਦਾ ਹਰ ਵਾਸੀ ਜਾਣਨਾ ਚਾਹੁੰਦਾ। उधर बीजेपी ने इन इल्जामों को नकारते हुए जिम्मेवारी पंजाब सरकार ते सुट दी है। कुछ यहाँ के लोगों ने गड़बड़ की होगी, यहाँ की गवर्नमेंट ने कुछ, बाकी सभी प्रांतों को जगह मिलती है, पंजाब को भी मिलनी चाहिए। हर बार मिलती है, इस बार नहीं मिल रही। नहीं, वो इसने यहाँ की सरकार ने कुछ गड़बड़ की होगी। पिछले 5 सालों च पंजाब दी झांकियां गणतंत्र दिवस ते नजर आईयां ने। 2018 ਦੀ ਝਾਕੀ 'ਚ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਦਰਸਾਇਆ ਗਿਆ ਸੀ, ਜਦਕਿ 2019 ਦੀ ਝਾਕੀ ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਸਮਰਪਿਤ ਸੀ। 2020 ਦੀ ਝਾਕੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਬਾਰੇ ਸੀ, ਜਦਕਿ 2021 ਦੀ ਝਾਕੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਜਦਕਿ ਪਿਛਲੇ ਸਾਲ 2022 'ਚ ਪੰਜਾਬ ਦੀ ਆਜ਼ਾਦੀ ਦੀ ਲੜਾਈ 'ਚ ਭੂਮਿਕਾ ਨੂੰ ਦਰਸਾਇਆ ਗਿਆ ਸੀ। ਰੱਖਿਆ ਮੰਤਰਾਲੇ ਨੇ ਇਸ ਵਾਰ 17 ਸੂਬਿਆਂ ਅਤੇ 6 ਵਿਭਾਗਾਂ ਦੀਆਂ ਝਾਕੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ 'ਚ ਪੰਜਾਬ ਸ਼ਾਮਿਲ ਨਹੀਂ ਹੈ, ਅਤੇ ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਇਸ ਫੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਜ ਇਸ ਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਕਿ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨਹੀਂ ਹੈ। ਉਹਨਾਂ ਨੇ ਕੀ ਕੁਝ ਕੇਂਦਰ ਦੇ ਉੱਤੇ ਇਲਜ਼ਾਮ ਲਗਾਏ ਨੇ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ।
ਪ੍ਰਪੋਜ਼ਲ ਗਈ ਸੀ ਤੇ ਜਿਹੜਾ ਰਿਜੈਕਟ ਕੀਤਾ ਉਹ ਕੀ objection ਲਾ ਕੇ ਰਿਜੈਕਟ ਕੀਤਾ ਕਿ ਨਹੀਂ ਆਣੀ ਚਾਹੀਦੀ। ਦੇਖੋ ਸਾਨੂੰ ਨਹੀਂ ਪਤਾ ਜੀ ਉਹਨਾਂ ਨੇ ਕੀ ਰਿਜੈਕਟ ਕੀਤਾ, ਉਹਨਾਂ ਨੇ ਪਾਇਆ ਹੀ ਨਹੀਂ। ਪਹਿਲੀ ਗੱਲ ਇਹ ਹੈ ਕਿ ਇਹਦੇ ਚ ਪ੍ਰਪੋਜ਼ਲ ਭੇਜਣ ਵਾਲੀ ਕਿਹੜੀ ਗੱਲ ਲੋੜ ਆ। ਨਹੀਂ ਉਸ ਦਾ ਕੋਈ ਕਾਰਨ ਦੱਸਿਆ ਇਹਨਾਂ ਨੇ ਕਿ ਇਹ ਝਾਕੀ ਕਿਉਂ ਨਹੀਂ ਸ਼ਾਮਲ ਕੀਤੀ ਗਈ, ਖਾਸ ਕਰਕੇ ਦਿੱਲੀ ਤੇ ਪੰਜਾਬ ਦੋਨਾਂ। ਦੇਖੋ ਦਿੱਲੀ ਤੇ ਪੰਜਾਬ ਚ ਇਹਨਾਂ ਦੀ ਸਰਕਾਰ ਹੈ ਨਹੀਂ, ਕਿ ਸਰਕਾਰ ਹੈ ਨਹੀਂ ਤੇ ਤੁਸੀਂ ਯੋਗਦਾਨ ਭੁੱਲ ਜਾਓਗੇ ਪੰਜਾਬ ਦਾ। ਕੀ ਤੁਸੀਂ ਇਹੀ ਦੇਖਣੀ ਹੈ ਵੀ ਤੁਹਾਡੀ ਸਰਕਾਰ ਜਿੱਥੇ ਬਣੂਗੀ ਤੁਸੀਂ ਉਸੇ ਨੂੰ ਆਪਦੇ ਜਿਹੜੇ ਵੀ ਤੁਹਾਡੇ ਸਰਕਾਰ ਬਣੀ ਵਾਲੇ ਜਿੰਨੇ ਤੁਹਾਡੇ ਪ੍ਰਦੇਸ਼ ਹੈਗੇ ਨੇ ਤੁਸੀਂ ਉਹਨਾਂ ਨੂੰ ਸ਼ਾਮਲ ਕਰਨਾ। ਤੁਸੀਂ ਇਸ ਤਰੀਕੇ ਅੱਗੇ ਪਿੱਛੇ ਕਰ ਲਓ, ਪਰ ਦੇਸ਼ ਨੂੰ ਤਾਂ ਪੁੱਛ ਕੇ ਦੇਖੋ ਕਿ ਪੰਜਾਬ ਦੀ ਝਾਕੀ ਉੱਥੇ ਚਾਹੀਦੀ ਹੈ ਕਿ ਨਹੀਂ ਚਾਹੀਦੀ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ ਕਿ ਵਾਕਈ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਵਿਤਕਰਾ ਪੰਜਾਬ ਦੇ ਨਾਲ ਕੇਂਦਰ ਕਰ ਰਿਹਾ ਹੈ ਜੋ ਇਲਜ਼ਾਮ ਸੂਬਾ ਸਰਕਾਰ ਲਗਾ ਰਹੀ ਹੈ। ਦੂਜਾ ਪੱਖ ਉਸ ਦੇ ਉੱਤੇ ਵੀ ਚਰਚਾ ਜ਼ਰੂਰੀ ਹੈ ਕਿ ਵਾਕਈ ਕੋਈ ਕੁਤਾਹੀ ਤਾਂ ਨਹੀਂ ਹੋਗੀ ਵਿਭਾਗ ਦੇ ਵੱਲੋਂ, ਜਿਸ ਵਿਭਾਗ ਦੇ ਵੱਲੋਂ ਝਾਕੀ ਦੀ ਜਿਹੜੀ ਪ੍ਰਪੋਜ਼ਲ ਹੈ ਉਹ ਭੇਜੀ ਜਾਂਦੀ ਹੈ, ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਵਾਰ ਝਾਕੀ ਕਿਵੇਂ ਦੀ ਹੋਏਗੀ, ਕੀ ਉਸ ਦਾ ਥੀਮ ਹੋਏਗਾ। ਮੈਂ ਚਰਚਾ ਦੀ ਸ਼ੁਰੂਆਤ ਕਰਾਂ, ਮਹਿਮਾਨਾਂ ਦੇ ਨਾਲ ਤਾਰੁਫ ਕਰਵਾਵਾਂ। ਉਸ ਤੋਂ ਪਹਿਲਾਂ ਕੁਝ ਅਸੀਂ ਡਾਕੂਮੈਂਟ ਜ਼ਰੂਰ ਕੱਢ ਕੇ ਲੈ ਕੇ ਆਏ ਕਿ ਜਿਹੜੀਆਂ ਝਾਕੀਆਂ ਨਿਕਲਦੀਆਂ ਨੇ ਜਾਂ ਜਿਹੜੀ ਝਾਕੀ ਸਿਲੈਕਟ ਕੀਤੀ ਜਾਂਦੀ ਹੈ ਉਹ ਕੀ ਕੁਝ ਹੁੰਦਾ ਹੈ। ਇਸ ਵਾਰੀ 3 ਥੀਮ ਦੱਸੇ ਗਏ ਸੀ, ਜਿਸ ਦੇ ਵਿੱਚ ਇੰਡੀਆ ਐਟ 75, ਫਰੀडम ਸਟਰਗਲ, ਆਈਡੀਆਜ਼ ਐਟ 75, ਅਚੀਵਮੈਂਟਸ ਐਟ 75, ਯਾਨੀ ਕਿ 75 ਸਾਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀਆਂ ਅੰਮ੍ਰਿਤ ਮਹੋਤਸਵ ਦਾ ਜ਼ਿਕਰ ਹੋ ਰਿਹਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਥੀਮ ਬਣਾਈ ਜਾਵੇ। ਇੰਟਰਨੈਸ਼ਨਲ ਡੇ ਆਫ ਮਿਲਟਸ ਉਸ ਦੇ ਉੱਤੇ ਥੀਮ ਹੋ ਸਕਦੀ ਸੀ, ਜਾਂ ਫਿਰ ਤੀਜਾ ਥੀਮ ਸੀ ਨਾਰੀ ਸ਼ਕਤੀ ਦਾ। ਤਾਂ ਕਿ ਪੰਜਾਬ ਦੇ ਵੱਲੋਂ ਇਹਨਾਂ 3 ਥੀਮਸ ਦੇ ਉੱਤੇ ਨਹੀਂ ਪ੍ਰਪੋਜ਼ਲ ਭੇਜਿਆ ਗਿਆ ਜਾਂ ਫਿਰ ਦੱਸਿਆ ਨਹੀਂ ਗਿਆ ਕਿ ਅਸੀਂ ਕਿਸ ਤਰੀਕੇ ਦੀ ਝਾਕੀ ਲੈ ਕੇ ਆ ਰਹੇ ਹਾਂ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਹੋ ਰਹੇ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਹੋਏਗੀ। ਅਹਿਬਾਬ ਗਰੇਵਾਲ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਬਹੁਤ ਸਾਰੇ ਸਵਾਲ ਤੁਹਾਡੇ ਤੋਂ ਹੋਣਗੇ ਔਰ ਇਸ ਦੇ ਨਾਲ ਹੀ ਸਾਡੇ ਨਾਲ ਕਮਲਜੀਤ ਸਿੰਘ ਸੋਈ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੋਈ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ, ਕਲੇਰ ਜੀ ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਚਰਚਾ ਦੇ ਵਿੱਚ। ਸ਼ੁਰੂਆਤ ਕਰਦੇ ਹਾਂ। ਸ਼ੁਰੂਆਤ ਗਰੇਵਾਲ ਸਾਹਿਬ ਤੁਹਾਡੇ ਤੋਂ ਹੋਣੀ ਅੱਜ ਜ਼ਰੂਰੀ ਹੈ, ਆਮ ਆਦਮੀ ਪਾਰਟੀ ਤੋਂ। ਪਹਿਲਾ ਸਿੱਧਾ ਜਿਹਾ ਸਵਾਲ ਮੈਂ ਸੁਣ ਰਿਹਾ ਸੀ, ਤੁਸੀਂ ਵੀ ਲਾਜ਼ਮੀ ਤੌਰ ਤੇ ਜਿਹੜੇ ਬਿਆਨ ਆਏ ਨੇ ਉਹ ਸੁਣੇ ਹੋਣਗੇ, ਜਿਸ ਦੇ ਵਿੱਚ ਕਿਹਾ ਗਿਆ ਵਿਜੇ ਰੂਪਾਨੀ ਦੀ ਸਟੇਟਮੈਂਟ ਸੀ ਸੈਂਟਰ ਦੇ ਵੱਲੋਂ ਕਿ ਜਿਨ੍ਹਾਂ ਦੇ ਪ੍ਰਪੋਜ਼ਲ ਆਏ ਔਰ ਸਭ ਕੁਝ ਠੀਕ ਸੀ ਉਹਨਾਂ ਨੂੰ ਮੌਕੇ ਮਿਲਦੇ ਨੇ ਔਰ ਮਿਲੇ ਨੇ। ਇਸ ਵਾਰੀ ਜੇ ਨਹੀਂ ਆਇਆ ਤਾਂ ਪੰਜਾਬ ਦੀ ਸਰਕਾਰ ਦੀ ਹੋਈ ਕੋਈ ਨਾ ਕੋਈ ਗੜਬੜ ਹੋਏਗੀ। ਜੇ ਪਿਛਲੀ ਵਾਰ ਸੀ, ਉਸ ਤੋਂ ਪਿਛਲੀ ਵਾਰ ਸੀ ਝਾਕੀ 5 ਸਾਲ ਲਗਾਤਾਰ ਸੀ, ਇਸ ਵਾਰ ਨਹੀਂ ਸੀ, ਤਾਂ ਉਹ ਕਹਿ ਰਹੇ ਆ ਕਿ ਗਲਤੀ ਪੰਜਾਬ ਸਰਕਾਰ ਦੀ ਹੋਏਗੀ, ਯਾਨੀ ਤੁਹਾਡੀ ਹੋਏਗੀ। ਮੈਂ ਸ਼ੁਰੂਆਤ ਇੱਥੋਂ ਹੀ ਕਰਦਾ, ਤੁਹਾਡਾ ਕੀ ਕਹਿਣਾ? ਗੌਰਵ ਜੀ, ਕਹਿਣਾ ਇਹ ਹੈ ਥੀਮ ਸੀਗੀਆਂ ਆਈਡੀਆ ਆਫ ਇੰਡੀਆ, ਨਾਰੀ ਸ਼ਕਤੀ, ਫਰੀडम ਸਟਰਗਲ ਜੀ। ਤੇ ਆਈਡੀਆ ਜਿਹੜੀ ਥੀਮ ਅਸੀਂ ਪ੍ਰੈਜ਼ੈਂਟ ਕੀਤੀਆਂ 3 ਚੋਇਸਸ, ਇਹੀ ਤਿੰਨਾਂ ਨੂੰ ਰੱਖ ਕੇ ਪ੍ਰੈਜ਼ੈਂਟ ਕੀਤੀਆਂ ਤੇ ਪੰਜਾਬੀਆਂ ਦੀ ਕੰਟਰੀਬਿਊਸ਼ਨਸ ਦਿਖਾ ਕੇ ਪ੍ਰੈਜ਼ੈਂਟ ਕੀਤੀਆਂ ਕਿ ਪੰਜਾਬੀਆਂ ਨੇ ਕੀ ਕੁਝ ਕੰਟਰੀਬਿਊਟ ਕੀਤਾ ਜੀ। ਇਹਨਾਂ ਨੇ 3 ਮਹੀਨੇ ਪਹਿਲਾਂ ਕੋਈ ਕਿੰਤੂ ਪਰੰਤੂ ਕੀਤਾ, ਅਸੀਂ ਕਿਹਾ ਵੀ ਥੋੜ੍ਹੇ ਚੇਂਜਸ ਲਿਆ ਦਿੰਦੇ ਆ, ਬਟ ਐਕਚੁਅਲ ਗੱਲ ਵਿਚਾਰਧਾਰਾ ਦੀ ਹੈ ਕਿ ਆਈਡੀਆ ਆਫ ਇੰਡੀਆ ਕੀ ਹੈ। ਇਹਨਾਂ ਦਾ ਆਈਡੀਆ ਆਫ ਇੰਡੀਆ ਬਹੁਤ ਤੰਗ ਨਜ਼ਰ ਵਾਲਾ। ਪੰਜਾਬ ਨੇ ਧਰਮ ਦੀ ਸਿਆਸਤ ਨੂੰ ਠੁਕਰਾ ਦਿੱਤਾ, ਪੰਜਾਬ ਨੇ ਡਾਇਨੈਸਟੀਜ਼ ਦੀ ਸਿਆਸਤ ਨੂੰ ਠੁਕਰਾ ਦਿੱਤਾ, ਪੰਜਾਬ ਨੇ ਅੱਜ ਜੋ ਕਰਤਾ ਦੇਸ਼ ਅੱਗੇ ਫੋਲੋ ਕਰੇਗਾ। ਤੇ ਗੱਲ ਇਹ ਹੈ ਕਿ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਤੁਸੀਂ ਦੇਖੋ ਜੀ, ਪੰਜਾਬ, ਦਿੱਲੀ, ਹਿਮਾਚਲ, ਜਿੱਥੇ ਜਿੱਥੇ ਆਪੋਜੀਸ਼ਨ ਸਟੇਟਸ ਨੇ, ਜਿੱਥੇ ਜਿੱਥੇ ਇਹਨਾਂ ਦਾ ਆਈਡੀਆ ਨਹੀਂ ਚੱਲਦਾ, ਉਹਨਾਂ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਤੰਗ ਕਰਦੇ ਆ, ਚਾਹੇ ਉਹ ਗਵਰਨਰਸ਼ਿਪ ਹੋਵੇ, ਚਾਹੇ ਉਹ ਫੈਡਰਲ ਸਟਰਕਚਰ ਤੇ ਹਮਲਾ ਹੋਵੇ। ਇੱਕ ਪਾਰਟ, ਪਹਿਲਾ ਪਾਰਟ। ਦੂਜਾ ਪਾਰਟ ਕਿ ਪੰਜਾਬ ਇਹਨਾਂ ਚੀਜ਼ਾਂ ਦਾ ਮੁਹਤਾਜ ਨਹੀਂ। ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਇਤਿਹਾਸ, ਪੰਜਾਬ ਦੇ ਹੀਰੋਜ਼ ਇਹਨਾਂ ਦੀ ਇੱਕ ਪਰਮਿਸ਼ਨ ਦੇ ਮੁਹਤਾਜ ਨਹੀਂ। ਐਂਡ ਪੰਜਾਬ ਸਰਕਾਰ ਇਹ ਵਾਅਦਾ ਕਰਦੀ ਹੈ ਕਿ ਉਹ ਝਾਂਕੀਆਂ ਸਾਰਾ ਦੇਸ਼, ਦੁਨੀਆ ਪੰਜਾਬ 'ਚ ਦੇਖੂਗਾ। ਦੂਜੀ ਗੱਲ ਜਿਹੜੀ ਮੈਂ ਇੱਥੇ ਕਹਿਣੀ ਚਾਹੁੰਦਾ ਗੌਰਵ ਜੀ, ਉਹ ਜ਼ਿਆਦਾ ਇੰਪੋਰਟੈਂਟ ਕੀ ਹੈ ਕਿ ਇੱਥੇ ਨਾ ਜਿਹੜੇ ਬਾਕੀ ਸਾਰੇ ਵੀਰ ਪਾਰਟੀਆਂ ਨੇ, ਮੈਂ ਕਹੂੰਗਾ ਐਤਕੀ ਨਾ ਵਿਚਾਰਧਾਰਾ ਦੀ ਗੱਲ ਆਪਾਂ ਸੰਜੀਦਾ ਗੱਲ ਕਰ ਲਈਏ। ਕੋਈ ਕਹਿੰਦਾ ਜੀ ਤੁਸੀਂ ਸਹੀ ਕੀਤਾ, ਕੋਈ ਕਹਿੰਦਾ ਜੀ 17 ਚ ਬੰਦ ਹੋਈ, ਅਸੀਂ ਭਾਈਵਾਲ ਸੀ ਉਦੋਂ ਪੰਜਾਬ ਨਾਲ ਹਮੇਸ਼ਾ ਸੈਂਟਰ ਨੇ ਧੱਕਾ ਕੀਤਾ, ਜਿਹੜੇ 15 ਸਾਲ ਅਸੀਂ ਸਰਕਾਰ ਸੀਗੇ ਅਸੀਂ ਉਹ ਮਾੜਾ ਮੋਟਾ ਸਾਂਭੀ ਗਏ ਪਰ ਸਾਨੂੰ ਕੁਰਸੀ ਮਿਲੀ ਹੋਈ ਸੀ। ਕੋਈ ਕਹਿੰਦਾ ਅਸੀਂ 70 ਸਾਲ ਤੋਂ ਇੰਨਾ ਖਿਆਲ ਰੱਖਿਆ ਦੇਸ਼ ਦਾ, ਇੰਨਾ ਖਿਆਲ ਰੱਖਿਆ ਪੰਜਾਬ ਦਾ, ਹੁਣ ਸਾਡੇ ਯੁਵਰਾਜ ਆ ਗਏ, ਉਹ ਹੀਲ ਕਰਨ ਆਏ ਨੇ, ਉਹਨਾਂ ਨੇ ਆ ਕੇ ਜੇ ਵਾਕਈ ਜੋੜਨਾ ਸੀ ਤਾਂ ਢਿੱਡੋਂ ਮਾਫੀ ਮੰਗ ਲੈਂਦੇ।
ਢਿੱਡੋਂ ਮਾਫੀ ਮੰਗ ਲੈਂਦੇ। ਜਿਹੜੇ ਡਾਕਟਰ ਸਾਹਿਬ ਦੇ ਪਿੱਛੇ ਲੁਕੇ ਨੇ ਉਹਨਾਂ ਨੂੰ ਅਗਲੇ ਦਿਨ ਬਾਜਵਾ ਜੀ ਨੇ ਦੱਸਤਾ ਕਿ ਸਾਨੂੰ ਪ੍ਰੋਕਸੀ ਨਹੀਂ ਚਾਹੀਦਾ। ਬਾਜਵਾ ਜੀ ਨੇ ਖੜ ਕੇ ਪੰਜਾਬ ਦੀ ਧਰਤੀ ਤੇ ਖੜ ਕੇ ਆ ਕਰਤਾ। ਐਂਡ ਰਹੀ ਬੀਜੇਪੀ ਦੀ ਗੱਲ, ਬੀਜੇਪੀ ਹਰ ਉਸ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਪਲੂਰਲਿਸਟਿਕ ਤੇ ਸੈਕੂਲਰ ਸੋਸਾਇਟੀ ਵੱਲ ਜਾਂਦੀ ਹੈ। ਇਹਨਾਂ ਦੇ ਆਪਣੇ ਵਿਚਾਰ ਨੇ ਐਂਡ ਅਸੀਂ ਉਹ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਮੈਂਡੇਟ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਰਾਜਨੀਤੀ ਸਾਨੂੰ ਚਾਹੀਦੀ ਹੈ। ਦਿੱਲੀ ਨੇ ਦਿੱਤੀ ਹੈ, ਅਸੀਂ ਸਾਰੇ ਦੇਸ਼ ਲੈ ਕੇ ਜਾਵਾਂਗੇ। ਜੇ ਇਹ ਰੋਕਣਾ ਚਾਹੁੰਦੇ ਰੋਕ ਕੇ ਦਿਖਾ ਦੇਣ, ਪਰ ਇਹ ਵਿਚਾਰਧਾਰਾ ਤਾਂ ਜਾਊਗੀ। ਚਲੋ ਮੇਰੀ ਰਿਕੁਐਸਟ ਜ਼ਰੂਰ ਹੈ ਅਹਿਬਾਬ ਗਰੇਵਾਲ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਲਾਜ਼ਮੀ ਤੌਰ ਤੇ ਸੰਜੀਦਾ ਗੱਲ ਹੋਣੀ ਚਾਹੀਦੀ ਹੈ। ਤੇ ਪੁਆਇੰਟ ਮੈਂ ਇਹ ਵੀ ਜ਼ਰੂਰ ਕਹੂੰਗਾ ਕਿ ਆਪਾਂ ਡੀਰੇਲ ਨਾ ਹੋ ਜਾਈਏ ਮਸਲੇ ਤੋਂ, ਜਿਸ ਪੁਆਇੰਟ ਦੇ ਉੱਤੇ ਹੈ, ਕਿਉਂਕਿ ਪੰਜਾਬੀਆਂ ਨੂੰ ਚੰਗਾ ਨਹੀਂ ਲੱਗ ਰਿਹਾ। ਜਿਹੜੇ ਸਵੇਰੇ ਉੱਠ ਕੇ ਬੈਠਣਗੇ, ਟੀਵੀ ਲਗਾ ਕੇ ਬੈਠਣਗੇ, ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਜਦੋਂ ਝਾਕੀਆਂ ਆਉਣਗੀਆਂ ਤਾਂ ਵੇਟ ਕਰਦੇ ਰਹਿੰਦੇ ਆ ਲੋਕ। ਇਹ ਤੁਸੀਂ ਵੀ ਸਮਝਦੇ ਹੋਵੋਗੇ, ਅਸੀਂ ਆਪਣੇ ਘਰਾਂ ਦੇ ਵਿੱਚ ਦੇਖਿਆ ਹੈ ਕਿ ਜਦੋਂ ਝਾਕੀ ਨਿਕਲਦੀਆਂ ਹੈ, ਇੱਕ ਇੱਕ ਕਰਕੇ ਨਿਕਲਦੀ ਹੈ, ਤੇ ਫਿਰ ਜਦੋਂ ਪੰਜਾਬ ਵਾਲੀ ਆ ਰਹੀ ਹੁੰਦੀ ਹੈ ਨਾ ਦੂਰ ਤੋਂ, ਤਾਂ ਬਾਕੀ ਟੱਬਰ ਦੇ ਲੋਕਾਂ ਨੂੰ ਹਾਕਾਂ ਪੈਣ ਲੱਗ ਜਾਂਦੀਆਂ, ਆ ਜਾਓ ਪੰਜਾਬ ਵਾਲੀ ਆ ਗਈ, ਝਾਕੀ ਪੰਜਾਬ ਵਾਲੀ ਆ ਗਈ, ਕਿ ਅਸੀਂ ਵੀ ਦੇਖ ਲਈਏ, ਉਹ ਨਿਕਲ ਨਾ ਜਾਣ। ਲੋਕ ਇਸ ਵਾਰ ਦਿਲ ਤੋਂ ਆਹਤ ਹੋਣਗੇ ਕਿ ਅਸੀਂ ਪੰਜਾਬ ਵਾਲੀ ਝਾਕੀ ਨਹੀਂ ਦੇਖ ਪਾ ਰਹੇ ਹੋਵਾਂਗੇ। ਮੈਂ ਇਸ ਕਰਕੇ ਰਿਕੁਐਸਟ ਕਰੂੰਗਾ ਕਿ ਮੁੱਦੇ ਉੱਪਰ ਰਹੀਏ ਕਿ ਵਾਕਈ ਹੀ ਪੰਜਾਬ ਦੀ ਝਾਕੀ ਕੋਈ ਸਿਆਸੀ ਆਰੀ ਦੀ ਵਜ੍ਹਾ ਦੇ ਨਾਲ ਆਊਟ ਹੋ ਗਈ। ਅੱਜ ਜ਼ਿਕਰ ਇਸ ਦਾ ਹੋਣਾ ਜ਼ਰੂਰੀ ਹੈ। ਕਮਲਜੀਤ ਸੋਈ ਜੀ ਸਾਡੇ ਨਾਲ ਨੇ। ਸੋਈ ਸਾਹਿਬ, ਤੁਸੀਂ ਵਿਤਕਰਾ ਕਰ ਰਹੇ ਹੋ, ਧੱਕਾ ਕਰ ਰਹੇ ਹੋ ਪੰਜਾਬ ਦੇ ਨਾਲ। ਇਹ ਮੌਜੂਦਾ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਸੈਂਟਰ ਧੱਕਾ ਕਰ ਰਹੀ ਹੈ, ਇਸ ਕਰਕੇ ਪੰਜਾਬ ਦੀ ਝਾਕੀ ਇਸ ਵਾਰ ਨਜ਼ਰ ਨਹੀਂ ਆਏਗੀ ਗਣਰਾਜ ਦਿਹਾੜੇ ਦੇ ਉੱਤੇ। ਗੁਰੂ ਜੀ, ਆਪਣੀ ਨਲਾਇਕੀ, ਆਪਣੀ ਨੌਨ ਗਵਰਨੈਂਸ, ਆਪਣੀ ਨੌਨ ਪਰਫਾਰਮੈਂਸ, ਆਪਣਾ ਨੌਨ ਐਕਸਪੀਰੀਅੰਸ, ਚਾਰ ਜਗ੍ਹਾ ਤੋਂ ਮੁੱਖ ਮੰਤਰੀ ਸਰਕਾਰ ਪੰਜਾਬ ਦੀ ਚਲਾਉਂਦੇ ਹੋਣ ਤੇ ਇਹ ਤਾਂ ਹੋਣਾ ਹੀ ਥਾ। ਆ ਤੇ ਹੋਣਾ ਹੀ ਸੀਗਾ। ਜਦੋਂ 23 ਸਟੇਟਾਂ ਦੀਆਂ ਝਾਕੀਆਂ ਅਪਰੂਵ ਹੋ ਗਈਆਂ, 23 ਝਾਕੀਆਂ ਅਪਰੂਵ ਹੋਈਆਂ, ਜਿਨ੍ਹਾਂ ਚ 17 ਸਟੇਟਸ ਨੇ ਤੇ 6 ਮਿਨਿਸਟਰੀਜ਼ ਦੀਆਂ ਝਾਕੀਆਂ ਨੇ। ਹਿੰਦੁਸਤਾਨ ਚ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ। ਜੇ ਉਹਨਾਂ ਦੀਆਂ ਹੋ ਸਕਦੀਆਂ ਸੀ ਤੇ ਤੁਹਾਡੀ ਕਿਉਂ ਨਹੀਂ ਝਾਕੀ ਅਪਰੂਵ ਹੋਈ? ਇਹਦਾ ਮਤਲਬ ਹੈ ਕਿਤੇ ਨਾ ਕਿਤੇ ਤੁਹਾਡੀ ਨਲਾਇਕੀ ਹੈਗੀ ਹੈ। ਤੁਸੀਂ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਕਹਿੰਦੇ ਰਹੀ ਹੈ ਆਮ ਆਦਮੀ ਪਾਰਟੀ ਕਿ ਅਸੀਂ ਐਨਾਰਕਿਸਟ ਆ। ਹੁਣ ਤੁਸੀਂ ਜੇ ਤੁਹਾਨੂੰ ਥੀਮ ਸਮਝ ਨਹੀਂ ਆਏ, ਇੰਡੀਆ ਆਈਡੀਆਜ਼ ਐਟ 75, ਜੇ ਤੁਹਾਨੂੰ ਸਮਝ ਨਹੀਂ ਆਇਆ, ਜੇ ਤੁਹਾਨੂੰ ਨਾਰੀ ਸ਼ਕਤੀ ਸਮਝ ਨਹੀਂ ਆਈ, ਜੇ ਤੁਹਾਨੂੰ ਆ ਸਮਝ ਨਹੀਂ ਆਇਆ ਮਿਲਟਸ, ਇੰਟਰਨੈਸ਼ਨਲ ਈਅਰ ਆਫ ਮਿਲਟਸ, ਤੇ ਇਹਦਾ ਮਤਲਬ ਤੁਹਾਡੀ ਨਲਾਇਕੀ ਹੈਗੀ ਹੈ। ਤੁਸੀਂ ਹਿੰਦੁਸਤਾਨ ਦੀ ਸਰਕਾਰ ਸਾਰੇ ਸੂਬਿਆਂ ਨਾਲ, ਅੱਜ ਉੜੀਸਾ ਦੀ ਝਾਕੀ ਆਏਗੀ, ਰਾਜਸਥਾਨ ਦੀ ਝਾਕੀ ਆਏਗੀ, ਤੇ ਕਿਉਂ ਉੱਥੇ ਵੀ ਸਰਕਾਰਾਂ ਜਿਹੜੀਆਂ ਨੇ, ਜਾਂ ਵੈਸਟ ਬੰਗਾਲ ਦੀ ਝਾਕੀ ਆਏਗੀ, ਉੱਥੇ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਨੇ। ਕਿਉਂ ਤੁਹਾਡੇ ਨਾਲ? ਤੁਸੀਂ ਸਿਰਫ ਔਰ ਸਿਰਫ ਲੋਕਾਂ ਨੂੰ ਭੜਕਾ ਸਕਦੇ ਹੋ, ਭਟਕਾ ਸਕਦੇ ਹੋ, ਤੁਹਾਡੇ ਕੋਲ ਆਪਣੀ ਗਵਰਨੈਂਸ ਹੁੰਦੀ ਨਹੀਂ ਹੈ। ਇਸ ਕਰਕੇ ਗੌਰਵ ਜੀ, ਬੇਸਿਕਲੀ ਸਾਰਾ ਦਾ ਸਾਰਾ ਜਿਹੜਾ ਠੀਕਰਾ ਹੈ ਨਾ, ਪੰਜਾਬ ਦੀ ਜਨਤਾ ਸੁਣ ਰਹੀ ਹੈ ਤੁਹਾਡੇ ਚੈਨਲ ਨੂੰ, ਇੰਨੇ ਦੇਸ਼ਾਂ ਵਿਦੇਸ਼ਾਂ 'ਚ ਜਾ ਰਿਹਾ ਹੈ। ਪੰਜਾਬ ਦੀ ਜਨਤਾ ਨੂੰ ਸੋਚਣਾ ਪਏਗਾ ਕਿ ਕਿਸ ਗੰਦੀ ਕਿਸ ਨਿਕੰਮੀ ਸਰਕਾਰ ਨੂੰ ਵੋਟਾਂ ਪਾ ਕੇ ਫੈਕਟ ਦੇ ਉੱਤੇ। ਕਮਲਜੀਤ ਜੀ, ਮੈਂ ਦੁਬਾਰਾ ਆ ਰਿਹਾ ਫੈਕਟ ਦੇ ਉੱਤੇ। ਦੇਖੋ, ਜ਼ਿਕਰ ਕਰ ਰਹੇ ਨੇ ਗਰੇਵਾਲ ਜੀ, ਮੈਂ ਸਾਰਿਆਂ ਦੇ ਕੋਲ ਜਾਣਾ। ਗਰੇਵਾਲ ਜੀ, ਤੁਹਾਡਾ ਇੱਕ ਕਮੈਂਟ ਜ਼ਰੂਰੀ ਹੈ। ਗਰੇਵਾਲ ਜੀ ਕਹਿ ਰਹੇ ਨੇ ਜਿਹੜੇ 3 ਥੀਮ ਸੀ ਨਾ, ਚਾਹੇ ਨਾਰੀ ਸ਼ਕਤੀ ਦਾ ਹੋਵੇ, YUM ਦਾ ਹੋਵੇ, ਜਾਂ ਫਿਰ ਜਿਹੜੇ ਫਰੀडम ਐਂਡ ਸਟਰਗਲ ਆਈਡੀਆਜ਼ ਦਾ ਜ਼ਿਕਰ ਹੋਵੇ, ਉਹੀ ਥੀਮ ਤੇ ਬੇਸਡ ਸੀ ਪੰਜਾਬ ਦਾ ਇਸ ਵਾਰ ਦਾ ਕਨਸੈਪਟ, ਫਿਰ ਵੀ ਰਿਜੈਕਟ ਕੀਤਾ। ਦੇਖੋ ਬਿਲਕੁਲ ਨੌਨ ਹੇਟ ਸਰ, ਮੈਨੂੰ ਇੱਕ ਮਿੰਟ ਇੱਕ ਕਰਕੇ ਜੀ ਇਹਨਾਂ ਨੇ ਕਿਹਾ ਸੀ ਆਪਣੀ ਪਲੇਟ ਖਾਵਾਂਗੇ ਤੇ ਸਾਰੇ ਪੰਜਾਬੀ ਨੂੰ ਸਮਝ ਆ ਜਾਏਗੀ। ਕਿਉਂ ਐਨਾਰਕਿਸਟ ਕਿਉਂ ਬਣਦੇ ਨੇ ਯਾਰ? ਕਿਉਂ ਤੁਸੀਂ ਆਪਣੇ ਆਪ ਨੂੰ ਇੱਕ ਵਿਚਾਰਾ ਸਮਝ? ਤੁਸੀਂ ਕਹਿ ਰਹੇ ਹੋ ਇਸ ਥੀਮ ਦੇ ਉੱਪਰ ਝਾਕੀ ਨਹੀਂ ਸੀ। ਤੁਸੀਂ ਮੈਂ ਇਹਨਾਂ ਨੂੰ ਆ ਕਹਿਣਾ ਚਾਹ ਰਿਹਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਦਿਸ ਇਜ਼ ਬਿਟਵੀਨ them ਐਂਡ ਡਿਫੈਂਸ ਮਿਨਿਸਟਰੀ। ਇਹਨਾਂ ਦੀ ਡਿਫੈਂਸ ਮਿਨਿਸਟਰੀ ਨਾਲ ਤੇ ਪੰਜਾਬ ਸਰਕਾਰ ਦੀ ਕਮਿਊਨੀਕੇਸ਼ਨ ਹੋ ਰਹੀ ਹੈ। ਅੱਜ ਇਹਨਾਂ ਦੇ ਇੱਕ ਮਿਨਿਸਟਰ ਵੱਲੋਂ ਜਿਹੜੀ ਸਟੇਟਮੈਂਟ ਆਣੀ ਹੈ ਗਗਨ ਮਾਨ ਵੱਲੋਂ, ਕਿੰਨੀ ਮਨਭਾਗੀ ਸਟੇਟਮੈਂਟ ਹੈਗੀ ਹੈ। ਤੁਸੀਂ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹੋ, ਤੁਹਾਡੇ ਕੋਲ ਗਵਰਨੈਂਸ ਨਹੀਂ ਹੋ ਰਹੀ, ਪੰਜਾਬੀਆਂ ਨੂੰ ਦੱਸ ਦਿਓ। ਅੱਜ ਪੰਜਾਬੀ ਸ਼ਰਮਸਾਰ ਨੇ ਪੰਜਾਬੀਆਂ ਦੀ ਝਾਕੀ। ਚਲੋ ਆਪਾਂ ਜਵਾਬ ਲੈ ਲਈਏ ਸਰ। ਮੈਂ ਖੜਿਆਲ ਜੀ ਔਰ ਕਲੇਰ ਜੀ ਵੇਟ ਕਰ ਰਹੇ ਹਾਂ, ਉਹਨਾਂ ਦਾ ਰੁਕ ਕਰਨਾ। ਇੱਕ ਛੋਟਾ ਜਿਹਾ ਜਵਾਬ ਗਰੇਵਾਲ ਸਾਹਿਬ ਪਲੀਜ਼, ਛੋਟਾ ਜਿਹਾ ਕਮੈਂਟ ਰੱਖਿਓ ਮਾਫੀ ਜੀ। ਬਿਲਕੁਲ ਮਾਫੀ ਚਾਹੂੰਗਾ। ਨॉन हेट, नॉन डिवीजन, नॉन डिवाइडिंग आवर सोसाइटी आवर कल्चर मोर। पहली गल, ਅਸੀਂ ਆਈਡੀਆ ਆਫ ਇੰਡੀਆ ਦੀ ਇੱਕ ਝਾਂਕੀ ਬਣਾ ਕੇ ਭੇਜੀ। ਸਾਡਾ ਆਈਡੀਆ ਆਫ ਇੰਡੀਆ ਇੱਕ ਰੰਗ ਦਾ ਨਹੀਂ ਹੈ। ਹਿੰਦੁਸਤਾਨ ਦੇ ਤਿਰੰਗੇ 'ਚ 3 ਰੰਗ ਨੇ ਭਾਈ ਸਾਹਿਬ। ਸਾਡਾ ਆਈਡੀਆ ਆਫ ਇੰਡੀਆ ਉਹ ਹੈ। ਤੁਹਾਨੂੰ ਸਮਝ ਨਹੀਂ ਆਉਂਦਾ, ਕੋਈ ਨਲਾਇਕੀ ਨਹੀਂ, ਕੋਈ ਕੁਛ ਨਹੀਂ। ਪੰਜਾਬ ਦੇ ਲੋਕਾਂ ਨੇ ਇੱਕ ਫੈਸਲਾ ਕੀਤਾ, ਇੱਕ ਆਈਡੀਆ ਨੂੰ ਚੁਣਿਆ।
ਉਸ ਆਈਡੀਆ ਨੂੰ ਪ੍ਰੋਪਗੇਟ ਕਰ ਰਹੇ ਸੀਗੇ। ਸੋਸ਼ਲ ਵੈਲਫੇਅਰ 75 ਸਾਲ ਪੰਜਾਬ ਦੇ। ਸਰ ਮੈਨੂੰ ਬੋਲਣ ਦਿਓ ਪਲੀਜ਼ ਮੈਨੂੰ ਬੋਲਣ ਦਿਓ। ਚਲੋ ਗੌਰਵ ਜੀ ਇੱਕ ਕਰਕੇ ਪਲੀਜ਼ ਸੋਈ ਸਾਹਿਬ ਗਏਵਾਲ ਜੀ ਇੱਕ ਕਰਕੇ ਬੋਲੋ, ਲੋਕਾਂ ਨੂੰ ਸਮਝ ਆਏਗੀ। ਪਲੀਜ਼ ਮੈਂ ਰਿਕੁਐਸਟ ਕਰ ਰਿਹਾ ਥੋੜਾ ਜਿਹਾ ਇੱਕ ਕਰਕੇ ਗੱਲ ਰੱਖ ਲਓ, ਲੋਕਾਂ ਤੱਕ ਪਹੁੰਚ ਪਾਏ। ਦੇਖੋ ਕਲੇਰ ਸਾਹਿਬ ਖਡਿਆਲ ਸਾਹਿਬ ਵੀ ਬੈਠੇ ਨੇ। ਆਮ ਸੌਰੀ ਬ੍ਰਦਰਸ, ਮੈਂ ਥੋੜਾ ਟਾਈਮ ਨਹੀਂ ਲੈਣਾ ਚਾਹੁੰਦਾ। ਸੋਈ ਸਾਹਿਬ ਲੈਟ ਮੀ ਫਿਨਿਸ਼ 10 ਸੈਕਿੰਡ ਫਿਰ ਬੋਲ ਲਿਓ। ਸਰ ਇੱਕ ਆਈਡੀਆ ਸੀ, ਉਹ ਆਈਡੀਆ ਦੀ ਝਾਂਕੀ ਭੇਜੀ ਗਈ। ਇਹਨਾਂ ਨੇ 3 ਮਹੀਨੇ ਪਹਿਲਾਂ ਆਬਜੈਕਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ, ਮੁੜ ਕੇ ਇਹਨਾਂ ਨੇ 2-3 ਦਿਨ ਪਹਿਲਾਂ ਮੀਡੀਆ 'ਚ ਲੀਕ ਕੀਤਾ। ਅੱਜ ਇਹਨਾਂ ਨੇ ਉਹ ਫੈਸਲਾ ਸੁਣਾਤਾ। ਕੋਈ ਗੱਲ ਨਹੀਂ, ਪਰ ਉਹ ਆਈਡੀਆ ਨੂੰ ਦੱਬ ਨਹੀਂ ਪਾਉਣਗੇ। ਪੰਜਾਬ ਦੇ ਲੋਕਾਂ ਨੇ ਇੱਕ ਸਰਕਾਰ ਚੁਣੀ ਹੈ, ਇੱਕ ਆਲਟਰਨੇਟ ਆਈਡੀਆ ਚੁਣਿਆ ਜਿਹਦੇ ਵਿੱਚ ਵੰਡ ਦੀ ਰਾਜਨੀਤੀ ਤੇ ਡਾਇਨੈਸਟੀਜ਼ ਨੂੰ ਖਤਮ ਕੀਤਾ ਗਿਆ। ਐਂਡ ਉਹ ਆਈਡੀਆ ਪੰਜਾਬ ਦੀ ਕੁਰਬਾਨੀ ਦੇ ਨਾਲ ਸਾਰਾ ਦੇਸ਼, ਸਾਰੀ ਦੁਨੀਆ ਦੇਖੂਗੀ। ਐਂਡ ਅਸੀਂ ਇਸ ਨੂੰ ਨਹੀਂ ਹਾਰਨ ਦੇਵਾਂਗੇ। ਬਾਕੀ ਮੇਰੇ ਵੀਰ ਜਿਸ ਤਰ੍ਹਾਂ ਕਹਿਣ ਸਿਰ ਮੱਥੇ। ਠੀਕ ਹੈ ਸੋਈ ਸਾਹਿਬ ਤੁਸੀਂ ਜਵਾਬ ਦਿਓ ਪਲੀਜ਼। ਥੋੜਾ ਜਿਹਾ ਰਿਕੁਐਸਟ ਹੈ, ਥੋੜਾ ਜਿਹਾ ਵੇਟ ਕਰਿਓ, ਇੱਕ ਵਾਰੀ ਸਾਰਿਆਂ ਨੂੰ ਪੈਡ ਕਰ ਲਈ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਕਲੇਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹੀ ਲੱਗਦਾ ਕਿ ਵਿਤਕਰਾ ਹੋ ਗਿਆ ਪੰਜਾਬ ਦੇ ਨਾਲ, ਜਾਂ ਤੁਹਾਨੂੰ ਕੀ ਲੱਗਦਾ ਕਿ ਆਖਿਰ ਕਿਉਂ ਇਸ ਵਾਰ 5 ਸਾਲ ਬਾਅਦ ਪੰਜਾਬ ਦੀ ਝਾਕੀ ਸਾਨੂੰ ਦਿੱਲੀ ਦੇ ਵਿੱਚ ਨਜ਼ਰ ਨਹੀਂ ਆਏਗੀ ਗਣਤੰਤਰ ਦਿਹਾੜੇ ਤੇ? ਗੌਰਵ ਜੀ ਦੇਖੋ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ। ਤੁਸੀਂ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ 2017 ਦੇ ਵਿੱਚ ਵੀ ਇਹ ਝਾਕੀ ਨਹੀਂ ਸੀਗੀ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਨਹੀਂ ਸੀ, ਚੋਣਾਂ ਦੇ ਵਿੱਚ 3-4 ਦਿਨ ਰਹਿ ਗਏ ਸੀ ਤੇ ਕੋਡ ਆਫ ਕੰਡਕਟ ਲੱਗਿਆ ਹੁੰਦਾ ਤਾਂ ਸਮਝ ਕੇ ਚੱਲੋ ਕਿ ਉਦੋਂ ਵੀ ਅਫਸਰਾਂ ਦਾ ਤੇ ਕੇਂਦਰ ਦਾ ਰਾਜ ਸੀ। ਔਰ 2-3 ਦਿਨ ਪਹਿਲਾਂ ਅਗਰ ਕੋਈ ਚੀਜ਼ ਰਿਜੈਕਟ ਹੁੰਦੀ ਹੈ ਤਾਂ ਫੋਲੋ ਅਪ ਉਸ ਸਮੇਂ ਦੇ ਅਫਸਰਾਂ ਨੇ ਕਰਨਾ ਸੀਗਾ, ਕਿਉਂਕਿ ਸਰਕਾਰ ਤਾਂ ਉਦੋਂ ਇੱਕ ਨਾਨ ਐਗਜ਼ਿਸਟਿੰਗ ਸਰਕਾਰ ਹੁੰਦੀ ਹੈ ਜਦੋਂ 3 ਦਿਨ ਚੋਣਾਂ ਦੇ ਵਿੱਚ ਰਹਿ ਜਾਣ। ਔਰ ਗੱਲ ਅੱਜ ਕੀ ਹੈ, ਦੇਖੋ ਗੱਲ ਆਪਾਂ ਪੰਜਾਬ ਦੀ ਕਰੀਏ। ਪੰਜਾਬ ਉਹ ਸੂਬਾ ਜਿਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। 85% ਦੇ ਕਰੀਬ ਸ਼ਹੀਦੀਆਂ ਪੰਜਾਬ ਦੇ ਵਿੱਚ ਹੋਈਆਂ। ਤੁਸੀਂ ਕਾਲੇ ਪਾਣੀ ਦੀ ਸਜ਼ਾ ਚੱਕ ਲਓ, ਮੈਕਸਿਮਮ ਲੋਕ ਉਹ ਨੇ ਜਿਹੜੇ ਪੰਜਾਬ ਦੇ ਕ੍ਰਾਂਤੀਕਾਰੀ ਸੀਗੇ। ਸੋ ਉਹ ਸੂਬਾ, ਅਗਰ ਉਹ ਸੂਬੇ ਦੀ ਝਾਕੀ ਹੈ ਜੋ ਉੱਥੇ 26 ਜਨਵਰੀ ਦੀ ਪਰੇਡ ਦੇ ਵਿੱਚ ਨਹੀਂ ਹੈਗੀ, ਤਾਂ ਵਾਕਈ ਇਹ ਇਕੱਲੇ ਪੰਜਾਬ ਦੇ ਲਈ ਨਹੀਂ, ਇਹ ਦੇਸ਼ ਦੇ ਲਈ ਮਾਯੂਸੀ ਦੀ ਗੱਲ ਹੈ। ਔਰ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਬੀਜੇਪੀ ਦੀ ਸਰਕਾਰ ਨੂੰ, ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਨਾਲ ਕਿ ਇਹ ਕੋਈ ਐਸਾ ਜ਼ਿੱਦਬਾਜ਼ੀ ਦਾ ਮਸਲਾ ਨਹੀਂ ਹੈਗਾ। ਅਗਰ ਕੋਈ ਚੀਜ਼ ਆਮ ਆਦਮੀ ਪਾਰਟੀ ਦੀ ਨਹੀਂ ਪ੍ਰੋਪਰ ਸੀ ਤਾਂ ਉਹਨੂੰ ਠੀਕ ਕੀਤਾ ਜਾ ਸਕਦਾ ਸੀਗਾ, ਜਾਂ ਅੱਜ ਵੀ ਬੀਜੇਪੀ ਪਬਲਿਕ ਪਲੇਟਫਾਰਮ ਦੇ ਵਿੱਚ ਰੱਖੇ ਕਿ ਐਸਾ ਕੀ ਇਸ਼ੂ ਹੈ ਜਿਹਦੇ ਕਰਕੇ ਪੰਜਾਬ ਦੀ ਝਾਕੀ ਨਹੀਂ ਜਾ ਸਕਦੀ। ਸੋ ਅੱਜ ਵੀ ਚਾਹੁੰਦੇ ਆ, ਰੂਹ ਦੀ ਮੰਗ ਹੈ ਕਿ ਪੰਜਾਬ ਦੀ ਝਾਕੀ ਉਸ ਪਰੇਡ ਦੇ ਵਿੱਚ ਸ਼ਾਮਲ ਕੀਤੀ ਜਾਵੇ ਔਰ ਇਹਨੂੰ ਕਿਸੇ ਵੀ ਕੀਮਤ ਤੇ ਬਾਹਰ ਨਾ ਰਹਿਣ ਦਿੱਤਾ ਜਾਵੇ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪੋਸੀਬਲ ਨਹੀਂ ਹੋ ਪਾਏਗਾ ਨਾ। ਦੇਖੋ ਹਾਰਡਲੀ ਚਾਂਸਸ ਨਜ਼ਰ ਆਉਂਦੇ हैं। ਫੁੱਲ ਡਰੈਸ ਰਿਹਰਸਲ ਹੋ ਚੁੱਕੀ ਹੋਵੇਗੀ ਜਾਂ ਮੋਸਟ ਪ੍ਰੋਬਬਲੀ ਕੱਲ ਹੋ ਜਾਏਗੀ, ਤਾਂ ਚਾਂਸਸ ਬਹੁਤ ਘੱਟ ਨਜ਼ਰ ਆਉਂਦੇ। ਫਿਰ ਵੀ ਮੇਰੀ ਤਾਂ ਇਹੀ ਮੰਗ ਹੈ ਕਿ ਉਹ ਰੱਖੀ ਜਾਵੇ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ, ਦੇਖੋ ਹਰ ਮਸਲੇ ਦੇ ਉੱਤੇ ਤਕਰਾਰਬਾਜ਼ੀ ਠੀਕ ਨਹੀਂ, ਹਰ ਮਸਲੇ ਦੇ ਉੱਤੇ ਵਿਕਟਮ ਕਾਰਡ ਵੀ ਠੀਕ ਨਹੀਂ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੀ ਝਾਕੀ ਅਸੀਂ ਆਪਣੀ ਬਣਾਉਣੀ ਚਾਹੁੰਦੇ ਸੀ, ਦੇਸ਼ ਦੀ ਆਪਣੀ ਹੈ। ਦੇਖੋ 26 ਜਨਵਰੀ ਦਾ ਜਿਹੜਾ ਦਿਹਾੜਾ ਜਾਂ 15 ਅਗਸਤ ਹੈ, ਇਹ ਉਹ ਦਿਹਾੜੇ ਨੇ ਜਿਹੜੇ ਹਿੰਦੁਸਤਾਨ ਦੇ ਨੇ, ਸਾਡੇ ਦੇਸ਼ ਦੇ ਨੇ। ਸੋ ਇਹਦੇ ਵਿੱਚ ਵੀ ਆਪਾਂ ਐਸੀਆਂ ਗੱਲਾਂ ਕਰੀਏ ਕਿ ਜੀ ਸੂਬਾ ਸਾਡਾ ਅੱਡ ਹੈ, ਅਸੀਂ ਅੱਡ ਚੀਜ਼ ਹੋ ਕੇ ਖੜੇ ਹੋਵਾਂਗੇ, ਠੀਕ ਹੈ। ਪੰਜਾਬ ਦੀ ਜਿਹੜੀ ਹੋਂਦ ਹੈ, ਪੰਜਾਬ ਦੇ ਜਿਹੜੇ ਖਿਆਲ ਨੇ, ਪੰਜਾਬ ਦੀ ਜਿਹੜੀ ਰੂਹ ਹੈ, ਉਹ ਸੈਕੂਲਰਿਜ਼ਮ ਹੈ, ਸਭ ਨੂੰ ਪਤਾ ਹੈ। ਸਾਨੂੰ ਜ਼ੋਰ ਸ਼ੋਰ ਨਾਲ ਦੱਸਣ ਦੀ ਇਹ ਚੀਜ਼ ਲੋੜ ਨਹੀਂ, ਪਰ ਹਰ ਇੱਕ ਜਿਹੜਾ ਦਿਨ ਹੁੰਦਾ ਉਹਦਾ ਮਹੱਤਵ ਹੁੰਦਾ। ਸੋ ਇਹ ਚੀਜ਼ਾਂ ਦੇ ਉੱਤੇ ਪੋਲੀਟੀਕਲ ਬਿਆਨ ਨਹੀਂ ਦੇਣੇ ਚਾਹੀਦੇ, ਇਹ ਰਲ ਮਿਲ ਕੇ ਬੈਠ ਕੇ ਕੱਢਣ ਦਾ ਮਸਲਾ ਸੀ। ਔਰ ਮੈਂ ਇੱਕ ਚੀਜ਼ ਹੋਰ ਉਰੇ ਕਹਿਣੀ ਚਾਹੁੰਦਾ ਆਮ ਆਦਮੀ ਪ੍ਰਵਕਤਾ ਨੂੰ ਕਿ ਜਿਹੜੀ ਅਨਮੋਲ ਗਗਨ ਮਾਨ ਜੀ ਦਾ ਬਿਆਨ ਹੈ, ਦੇਖੋ ਮਿਨਿਸਟਰ ਨੇ, ਮਿਨਿਸਟਰ ਹੋ ਕੇ ਕੀ ਬਿਆਨ ਦਿੱਤਾ ਹੈ, ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕਿਉਂ ਰਿਜੈਕਟ ਕੀਤੀ ਹੈ। ਦੇਖੋ ਅਗਰ ਤੁਸੀਂ ਮਿਨਿਸਟਰ ਹੋ, ਤੁਸੀਂ ਉਹਨੂੰ ਫੋਲੋ ਅਪ ਕਰ ਰਹੇ ਹੋ ਤਾਂ ਤੁਹਾਨੂੰ ਵਾਕਈ ਪਤਾ ਹੋਏਗਾ। ਹੁਣ ਗਰੇਵਾਲ ਸਾਹਿਬ ਤਾਂ ਡਿਟੇਲ ਦੱਸ ਰਹੇ ਨੇ ਕਿ ਕਿਉਂ ਰਿਜੈਕਟ ਹੋ ਗਈ। ਜਿਹੜੇ ਸਾਡੇ ਮਿਨਿਸਟਰ ਨੇ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕਿਉਂ ਰਿਜੈਕਟ ਹੋ ਗਈ, ਇਹ ਤਾਂ ਬੀਜੇਪੀ ਦੱਸੂਗੀ ਕਿਉਂ ਰਿਜੈਕਟ ਹੋ ਗਈ। ਸੋ ਜਿਹੜੀ ਪਾਰਟੀ ਦੇ ਵਿੱਚ ਕੰਟਰਡਿਕਸ਼ਨ ਹੈ, ਇਹ ਚੀਜ਼ ਨੂੰ ਵੀ ਕਲੈਰੀਫਾਈ ਹੋਣਾ ਚਾਹੀਦਾ ਹੈ। ਐਸੇ ਮੌਕੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ, ਹਰ ਜਗ੍ਹਾ ਵਿਕਟਮ ਕਾਰਡ ਲਾਜ਼ਮੀ ਤੌਰ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਥੋੜਾ ਜਿਹਾ ਵੇਟ ਕਰਿਓ ਪਲੀਜ਼, ਗਰੇਵਾਲ ਜੀ ਇਕੱਠੇ ਜਵਾਬ ਦੇ ਦਿਓ ਪਲੀਜ਼। ਮੈਂ ਖੜਿਆਲ ਜੀ ਦਾ ਰੁਖ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਹੋਣੇ ਆ। ਖੜਿਆਲ ਜੀ, ਕਾਂਗਰਸ ਨੂੰ ਕੀ ਲੱਗ ਰਿਹਾ? ਦੇਖੋ ਕਾਂਗਰਸ ਦੇ ਲਈ ਤਾਂ ਇੱਕ ਚੀਜ਼ ਬਹੁਤ ਇੰਪੋਰਟੈਂਟ ਔਰ ਲਾਜ਼ਮੀ ਤੌਰ ਤੇ ਅਹਿਮ ਹੋਏਗੀ ਕਿ ਕਾਂਗਰਸ 5 ਸਾਲ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਰਹੀ ਹੈ ਔਰ 5 ਸਾਲ ਪੰਜਾਬ ਦੀ ਝਾਕੀ ਨਜ਼ਰ ਆਈ ਹੈ ਜਦੋਂ 26 ਜਨਵਰੀ ਦਾ ਮੌਕਾ ਆਇਆ, ਚਾਹੇ 2018 ਹੋਵੇ, 19 ਹੋਵੇ, 20 ਹੋਵੇ, 21 ਹੋਵੇ, ਇਨਫੈਕਟ 2022 ਦੇ ਵਿੱਚ ਵੀ ਜਦੋਂ ਕੋਡ ਆਫ ਕੰਡਕਟ ਪੰਜਾਬ ਦੇ ਵਿੱਚ ਲੱਗ ਚੁੱਕਿਆ ਸੀ। ਖੜਿਆਲ ਸਾਹਿਬ, ਪਹਿਲਾਂ ਤਾਂ ਗੌਰਵ ਜੀ ਦੇਖੋ, ਸਰਕਾਰ ਜਿਹੜੀ ਮੌਜੂਦਾ ਹੁੰਦੀ ਹੈ ਉਹ ਰੈਪਰੈਜ਼ੈਂਟੇਟਿਵ ਹੁੰਦੀ ਹੈ ਸੂਬੇ ਦੀ, ਉਹ ਗਾਰਡੀਅਨ ਹੁੰਦੀ ਹੈ ਸੂਬੇ ਦੇ ਹੱਕਾਂ ਦੀ। ਜਦੋਂ ਸਾਡਾ ਰਾਜ ਸੀਗਾ ਅਸੀਂ ਮੇਕ ਸ਼ੋਰ ਕੀਤਾ ਕਿ ਪੰਜਾਬ ਦੀ ਝਾਕੀ ਹਰੇਕ ਵਾਰ ਨਿਕਲੇ ਤੇ ਨਿਕਲੀ। ਆਮ ਆਦਮੀ ਪਾਰਟੀ ਹੁਣੀ ਆਈ ਹੈ
ਪਹਿਲੇ ਸਾਲ ਦੇ ਵਿੱਚ ਹੀ ਪੰਜਾਬ ਦੀ ਝਾਕੀ ਨਹੀਂ ਨਿਕਲਦੀ, ਨਾਮਨਜ਼ੂਰ ਹੋ ਗਈ, ਕਿਉਂਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਦੋਵੇਂ ਰਿਸਪੌਂਸਿਬਲ ਹੈ। ਪਹਿਲਾ ਤਾਂ ਇੰਨਾ ਰਿਚ ਕਲਚਰ ਹੈ ਪੰਜਾਬ ਦਾ ਗੌਰਵ ਜੀ, ਇੰਨੇ ਸਾਡੇ ਸੈਕਰੀਫਾਈਸ ਹੈ, ਉਹਦੇ ਬਾਵਜੂਦ ਪੰਜਾਬ ਦੀ ਝਾਕੀ ਨਹੀਂ ਨਿਕਲਦੀ। ਜਿਹਦੇ ਏਡੀ ਵੱਡੀ ਕੰਟਰੀਬਿਊਸ਼ਨ ਰਹੀ ਹੈ ਫਰੀडम ਸਟਰਗਲ ਦੇ ਵਿੱਚ, ਉਹਦੀ ਝਾਕੀ ਨਹੀਂ ਨਿਕਲ ਰਹੀ। ਇਹ ਜੇ ਅੱਜ ਦਿਨ ਆਇਆ ਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਵਾਂ ਕਰਕੇ ਆਇਆ। ਬੀਜੇਪੀ ਪੰਜਾਬ ਵਿਰੋਧੀ ਹੈ ਕਿਉਂਕਿ ਪੰਜਾਬ ਨੇ ਕਦੇ ਇਹਨਾਂ ਨੂੰ ਮਨਜ਼ੂਰ ਨਹੀਂ ਕੀਤਾ, ਐਕਸੈਪਟ ਨਹੀਂ ਕੀਤਾ, ਤਾਂ ਇਹ ਕਰਦੀ ਹੈ ਵਾਰ-ਵਾਰ। ਅੱਛਾ, ਦੂਜਾ ਆਪੋਜੀਸ਼ਨ ਰੂਲ ਸਟੇਟਸ ਨੂੰ ਟਾਰਗੇਟ ਕੀਤਾ ਐਤਕੀ ਵੀ। ਮਤਲਬ ਇਹ ਜੇ ਟਾਈਮ ਤੇ ਰਿਪਬਲਿਕ ਡੇ ਵਰਗੇ ਟਾਈਮ ਤੇ ਵੀ ਜੇ ਬੀਜੇਪੀ ਐ ਕਰੂਗੀ ਤਾਂ ਇਥੋਂ ਪਤਾ ਲੱਗ ਜਾਂਦਾ ਹੈ ਕਿ ਕਿਸੇ ਵੀ ਹੱਦ ਤੱਕ ਬੀਜੇਪੀ ਜਾ ਸਕਦੀ ਹੈ। ਦੂਜਾ, ਅੱਜ ਆਪਦੀਆਂ ਸਟੇਟਸ ਹੈ ਗੌਰਵ ਜੀ, ਉਹ ਸਾਰੀ ਐਕਸੈਪਟ ਹੋਈ ਹੈ, ਸਾਰਿਆਂ ਦੀ ਚਾਕੀ ਨਿਕਲਦੀ। ਅੱਛਾ, ਦੂਜਾ, ਆਮ ਆਦਮੀ ਪਾਰਟੀ ਸੋ ਰਹੀ ਹੈ, ਇਨਕੰਪੀਟੈਂਟ ਸਰਕਾਰ ਹੈ, ਇਨਐਕਸਪੀਰੀਅੰਸ ਸਰਕਾਰ ਹੈ, ਕੀਤਾ ਕੁਝ ਨਹੀਂ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਹੋ ਰਿਹਾ ਹੈ ਤੇ ਬਾਏ ਹੁੱਕ ਔਰ ਬਾਏ ਕ੍ਰੁਕ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੱਕ ਲਈ ਚਾਹੀਦਾ ਸੀ। ਉਹ ਕਹਿੰਦੇ ਹੁੰਦੇ ਸੀ ਨਾ, ਨੀਅਤ ਹੋ ਤਾਂ ਸਭ ਕੁਝ ਸੰਭਵ ਹੈ। ਐਤਕੀ ਨੀਅਤ ਨਹੀਂ ਸੀ, ਤਾਂ ਕਰਕੇ ਕੁਝ ਹੋਇਆ ਨਹੀਂ। ਪਹਿਲਾਂ ਮੈਂ ਬੀਜੇਪੀ ਤੇ ਆ ਜਾ, ਪਹਿਲਾਂ ਤਾਂ ਇਹ ਦੱਸਣ ਸੋਈ ਸਾਹਿਬ ਕਿ ਕਿਹੜੀ ਪ੍ਰੋਸੈਸ ਹੈ, ਪਿੰਨ ਪੁਆਇੰਟ ਕਰਕੇ ਦੱਸੋ ਤੇ ਉਂਗਲ ਰੱਖੋ ਵੀ ਆਹ ਪ੍ਰੋਸੈਸ ਹੈ, ਇੱਥੇ ਵਾਇਲੇਸ਼ਨ ਹੋਈ, ਆਹ ਚੀਜ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਕੀਤੀ। ਪਹਿਲਾ ਸਵਾਲ ਨੋਟ ਕਰ ਲਿਓ ਸੋਈ ਸਾਹਿਬ। ਦੂਜਾ, ਦੇਖੋ ਰਿਪਬਲਿਕ ਡੇ ਮਨਾਇਆ ਤਾਂ ਜਾਂਦਾ ਹੈ ਕਿਉਂਕਿ ਕਨਸਟੀਟਿਊਸ਼ਨ ਕੇਮ ਇਨਟੂ ਇਫੈਕਟ ਔਨ ਦੈਟ ਡੇਟ। ਉਹੀ ਸੰਵਿਧਾਨ, ਉਹੀ ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਆਰਟੀਕਲ 14 ਦੇ ਤਹਿਤ ਰਾਈਟ ਟੂ ਇਕੁਆਲਿਟੀ ਦਾ। ਜਦੋਂ ਦੂਜੇ ਸੂਬੇ, ਸਾਡੀ ਨੇਬਰਿੰਗ ਸਟੇਟ, ਸਾਡੇ ਗੁਆਂਢੀ ਸੂਬਿਆਂ ਦੀ ਚਾਕੀ ਨਿਕਲ ਰਹੀ ਹੈ ਤੇ ਪੰਜਾਬ ਦੀ ਕਿਉਂ ਨਾ ਨਿਕਲੇ? ਆਰਟੀਕਲ 14 ਵਾਇਲੇਟ ਹੋ ਰਿਹਾ ਹੈ, ਰਿਪਬਲਿਕ ਡੇ ਵਾਲੇ ਦਿਨ ਵਾਇਲੇਟ ਹੋ ਰਿਹਾ ਹੈ। ਦੂਜਾ, ਆਰਟੀਕਲ 19 ਕਲੌਜ਼ 1 ਸਬ ਕਲੌਜ਼ A, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਹ ਸਾਡੀ ਗਾਰੰਟੀ ਹੈ, ਸਾਡੀ ਚਾਕੀ, ਸਾਡੀ ਫਰੀडम ਆਫ ਸਪੀਚ ਹੈ, ਸਾਡਾ ਐਕਸਪ੍ਰੈਸ਼ਨ ਹੈ, ਸਾਡਾ ਕਲਚਰ ਹੈ, ਜੋ ਤੁਸੀਂ ਸਾਡੇ ਤੋਂ ਖੋਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਆਮ ਆਦਮੀ ਪਾਰਟੀ ਕਰ ਕੁਛ ਨਹੀਂ ਰਹੀ। ਤੀਜਾ, ਫੈਡਰਲ ਸਟਰਕਚਰ ਵਾਇਲੇਟ ਹੋ ਰਿਹਾ ਗੌਰਵ ਜੀ। ਲਾਸਟ ਹੁਣ ਮੈਂ ਆਮ ਆਦਮੀ ਪਾਰਟੀ ਤੇ ਆ, ਦੇਖੋ ਆਮ ਆਦਮੀ ਪਾਰਟੀ ਇਹ ਗੱਲ ਦੱਸੇ ਪਹਿਲਾਂ ਤਾਂ ਕਿ ਪਲਾਨ ਆਫ ਐਕਸ਼ਨ ਕੀ ਹੈ। ਤੁਸੀਂ 3 ਦਿਨ ਪਹਿਲਾਂ ਗੌਰਵ ਜੀ ਟਾਈਮਸ ਆਫ ਇੰਡੀਆ ਦੀ ਰਿਪੋਰਟ ਆ ਗਈ ਸੀਗੀ ਵੀ ਪੰਜਾਬ ਦੀ ਚਾਕੀ ਨਹੀਂ ਨਿਕਲ ਰਹੀ। 3 ਦਿਨ ਆਮ ਆਦਮੀ ਪਾਰਟੀ ਨੇ ਹੱਥ ਤੇ ਹੱਥ ਧਰ ਕੇ ਬਸ ਬੈਠੇ ਰਹੇ, ਕੀਤਾ ਕੁਝ ਨਹੀਂ, ਸੋਈ ਗਏ ਹੈ, ਕੋਈ ਐਕਸ਼ਨ ਨਹੀਂ ਲਿਆ। ਮੈਂ ਨਹੀਂ ਕੁਝ ਕਰ ਸਕਦੇ ਸੀਗੇ, ਪਾਰਟੀ ਆਲ ਪਾਰਟੀ ਮੀਟ ਬੁਲਾ ਲੈਂਦੇ। ਤੁਸੀਂ ਨਹੀਂ ਕੁਝ ਕਰਨਾ ਸੀ, ਪੰਜਾਬ ਦੇ ਲੋਕ ਤਾਂ ਕਰਦੇ, ਪੰਜਾਬ ਦੀ ਪਾਰਟੀਆਂ ਤਾਂ ਕਰਦੀਆਂ, ਤੁਸੀਂ ਉਹ ਵੀ ਨਹੀਂ ਕੀਤਾ। ਅੱਛਾ, ਦੂਜਾ, ਕੌਮੀ ਪ੍ਰਧਾਨ ਹੋਣ ਦੇ ਨਾਤੇ ਕੇਜਰੀਵਾਲ ਸਾਹਿਬ ਹਰੇਕ ਛੋਟੀ ਗੱਲ ਤੇ ਟਵੀਟ ਕਰਦੇ ਆ, ਹਰੇਕ ਛੋਟੀ ਗੱਲ ਤੇ ਬਿਆਨ ਦਿੰਦੇ ਆ ਪੰਜਾਬ 'ਚ ਜੋ ਵੀ ਹੁੰਦਾ ਹੈ। ਐਤਕੀ ਕੇਜਰੀਵਾਲ ਸਾਹਿਬ ਕਿਉਂ ਚੁੱਪ ਬੈਠੇ ਹੈ? ਇਹ ਗੱਲ ਦਾ ਜਵਾਬ ਦਿਓ। ਗਰੇਵਾਲ ਸਾਹਿਬ ਸਾਹਿਬ ਡਿਫਲੈਕਟ ਨਾ ਕਰਨ ਉਧਰ ਦੀ ਗੱਲ ਕਰਕੇ। ਠੀਕ ਹੈ, ਮੈਂ ਖੜਿਆਲ ਸਾਹਿਬ ਥੋੜਾ ਜਿਹਾ ਅਪਡੇਟ ਕਰ ਦਵਾਂ। ਇਨਫੈਕਟ ਗ੍ਰਾਫਿਕਸ ਮੈਂ ਆਪਣੀ ਟੀਮ ਨੂੰ ਕਵਾਂਗਾ ਕਿ ਦਿਖਾ ਸਕੀਏ ਅਸੀਂ ਕਿ ਪਰੇਡ ਦੇ ਵਿੱਚੋਂ ਇਸ ਵਾਰ ਕਿਹੜਾ ਸੂਬਾ ਆਊਟ ਹੈ। ਇਸ ਵਾਰ ਪੰਜਾਬ ਆਊਟ ਹੈ, ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹਿਮਾਚਲ ਪ੍ਰਦੇਸ਼ ਦੀ ਝਾਕੀ ਨਹੀਂ, ਉੱਥੇ ਕਾਂਗਰਸ ਦੀ ਸਰਕਾਰ ਹੈ, ਨਵੀਂ ਬਣੀ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ ਦੀ ਵੀ ਝਾਕੀ ਪਰੇਡ ਦੇ ਵਿੱਚ ਨਜ਼ਰ ਨਹੀਂ ਆਏਗੀ। ਪਰ ਇੰਟਰਸਟਿੰਗਲੀ ਗੋਆ ਦੀ ਝਾਕੀ ਨਹੀਂ ਹੋਏਗੀ, ਬੀਜੇਪੀ ਦੀ ਗੋਆ 'ਚ ਸਰਕਾਰ ਹੈ। ਇੰਟਰਸਟਿੰਗਲੀ ਮੱਧ ਪ੍ਰਦੇਸ਼ ਦੀ ਝਾਕੀ ਨਹੀਂ ਹੈ, ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਓਡੀਸ਼ਾ ਦੇ ਵਿੱਚ ਬੀਜੇਡੀ ਦੀ ਸਰਕਾਰ ਹੈ। ਸਿੱਕਿਮ ਦੀ ਝਾਕੀ ਨਹੀਂ ਹੋਏਗੀ, ਐਨਡੀਏ ਦੀ ਸਰਕਾਰ ਹੈ, ਯਾਨੀ ਕਿ ਬੀਜੇਪੀ ਉੱਥੇ ਸੱਤਾ ਦੇ ਵਿੱਚ ਭਾਈਵਾਲ ਦੇ ਤੌਰ ਦੇ ਉੱਤੇ ਹੈਗੀ ਹੈ। ਹਾਲਾਂਕਿ ਬਿਹਾਰ ਦੀ ਝਾਕੀ ਇਸ ਵਾਰ ਨਹੀਂ ਹੈ, ਜੇਡੀਯੂ ਹੈ ਉੱਥੇ। ਵੱਖ-ਵੱਖ ਸੂਬਿਆਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਗ੍ਰਾਫਿਕਸ ਦੇ ਜ਼ਰੀਏ ਜਲਦੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਜਾਏਗਾ। ਮੈਂ ਜਵਾਬ ਦੀ ਸ਼ੁਰੂਆਤ ਕਰਾਂ ਪਹਿਲਾਂ ਗਰੇਵਾਲ ਸਾਹਿਬ ਤੁਹਾਡੇ ਤੋਂ। ਦੇਖੋ, ਨੀਅਤ ਦਾ ਫਿਰ ਸਵਾਲ ਹੋ ਗਿਆ। ਅਕਾਲੀ ਦਲ ਕਹਿ ਰਿਹਾ ਕਿ ਹਰ ਜਗ੍ਹਾ ਵਿਕਟਿਮ ਕਾਰਡ ਨਾ ਤੁਸੀਂ ਖੇਡੋ, ਹਰ ਜਗ੍ਹਾ ਤੇ ਆ ਕੇ ਸਿਆਸਤ ਨਾ ਕਰੋ, ਕਿ ਜੇਕਰ ਵਾਕਈ ਇਸ ਤਰੀਕੇ ਦੀ ਕੋਈ ਗੱਲ ਸੀ ਤਾਂ ਗੱਲ ਹੋਣੀ ਚਾਹੀਦੀ ਸੀ। ਪ੍ਰੋਸੈਸ ਕਿਵੇਂ ਅੱਗੇ ਵਧ ਰਿਹਾ ਸੀ, ਉਸ ਨੂੰ ਕੌਣ ਫੋਲੋ ਕਰ ਰਿਹਾ ਸੀ, ਉਸ ਦੇ ਉੱਪਰ ਵੀ ਗੌਰ ਹੋਣਾ ਚਾਹੀਦਾ ਹੈ। ਇਨਫੈਕਟ ਜੋ ਖੜਿਆਲ ਜੀ ਨੇ ਕਿਹਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਪਤਾ ਲੱਗ ਗਿਆ ਕਿ ਝਾਕੀ ਨਹੀਂ ਨਿਕਲ ਰਹੀ ਹੈ, ਨਹੀਂ ਹੋਏਗੀ ਪੰਜਾਬ ਦੀ, ਉਸ ਤੋਂ ਬਾਅਦ ਪਲਾਨ ਆਫ ਐਕਸ਼ਨ ਕੀ ਹੈ ਜਾਂ ਕੀ ਰਿਹਾ ਹੁਣ ਤੱਕ? ਜੀ ਗੌਰਵ ਜੀ, ਮੈਨੂੰ ਜੇ 10-15 ਸਕਿੰਟ ਮੈਂ ਪਹਿਲਾਂ ਦੱਸਦਾ, ਫਿਰ ਮੈਂ ਉਹਦਾ ਵੀ ਜਵਾਬ ਦਿੰਦਾ। ਪਹਿਲੀ ਗੱਲ, ਜਿਵੇਂ ਤੁਸੀਂ ਕਿਹਾ ਜਿਹੜੇ ਪ੍ਰਾਂਤਾਂ ਦੀ ਹੈ ਨਹੀਂ, ਬੀਜੇਪੀ ਦੇ ਜਿਹੜੇ ਰੂਲ ਸਟੇਟਸ ਨੇ ਉਹਨਾਂ 'ਚ ਬਾਰੀਆਂ ਪਾਉਂਦੇ ਨੇ, ਐਂਡ ਆਪੋਜੀਸ਼ਨ 'ਚ ਇਹ ਸਮਝਦੇ ਕਿ ਕਿਹਨੂੰ ਕਿਵੇਂ ਬਾਹਰ ਰੱਖੀਏ, ਕਿਸ ਤਰ੍ਹਾਂ ਬਾਹਰ ਰੱਖੀਏ, ਇਹ ਕੋਸ਼ਿਸ਼ ਕਰਦੇ। ਦੇਖੋ, ਲੜਾਈ ਕਲਚਰ ਦੀ ਹੈ, ਭਾਰਤ ਦੀ ਸੋਚ ਦੀ ਹੈ, ਉਸ ਆਈਡੀਆ ਦੀ ਲੜਾਈ ਹੈ। ਇਹ ਉਹ ਆਈਡੀਆ ਪਾਸ ਨਹੀਂ ਹੋਣ ਦੇਣਾ ਚਾਹੁੰਦੇ, ਪਹਿਲੀ ਗੱਲ।
ਬਾਅਦ ਅਕਾਲੀ ਦਲ ਕਹਿੰਦਾ ਵੀ ਦੇਖੋ ਅਸੀਂ ਬਹੁਤ ਪੰਜਾਬ ਦੇ ਹਿਤੈਸ਼ੀਆਂ 26 ਜਨਵਰੀ ਫਰਵਰੀ 'ਚ ਵੋਟਾਂ ਪਾਈਆਂ ਸੀਗੀਆਂ ਐਂਡ ਗੱਲ ਸਿਰਫ ਇੰਨੀ ਹੈ ਐਂਡ ਉਹ ਵੀ ਮਿਡ ਫਰਵਰੀ ਐਂਡ ਫਰਵਰੀ ਬਿਕੋਜ਼ ਗੱਲ ਸਿਰਫ ਇੰਨੀ ਕਿ ਚਲੋ ਭਾਵੇਂ ਅਗਲੇ ਦਿਨ ਵੀ ਪੈਣੀਆਂ ਹੁੰਦੀਆਂ ਪਰ ਜਦੋਂ ਪੰਜਾਬ ਦਾ ਦਰਦ ਤੁਹਾਡੇ ਦਿਲ 'ਚ ਕੁੱਟ ਕੇ ਭਰਿਆ ਤੁਹਾਨੂੰ ਤਾਂ ਲਾਸਟ ਡੇ ਤੱਕ ਲੜਨਾ ਚਾਹੀਦਾ ਸੀ ਐਂਡ ਤੁਹਾਨੂੰ ਲੜ ਕੇ ਕਹਿਣਾ ਚਾਹੀਦਾ ਸੀ ਕਿ ਨਹੀਂ ਤੁਸੀਂ ਸਾਡੇ ਭਾਈਵਾਲ ਨੂੰ ਆ ਕਰਕੇ ਦਿਓ। ਕਿੱਡੀ ਗੱਲ ਸੀ ਤੁਸੀਂ ਇਕੱਠੇ ਕਿਉਂ ਨਾ ਲੜ ਰਹੇ ਸੀ ਨਾ। ਗੱਲ ਇਹ ਹੈ ਹਾਂ ਇਹ ਵੀ ਵਾਅਦਾ ਕਰੋ ਅੱਗੇ ਤੋਂ ਇਕੱਠੇ ਨਹੀਂ ਹੋਣਗੇ ਪਲੀਜ਼। ਬੀਜੇਪੀ ਬਹੁਤ ਗਲਤ ਕਰ ਰਹੀ ਹੈ ਆਈਡੀਆ ਆਫ ਇੰਡੀਆ ਨੂੰ ਖਰਾਬ ਕਰ ਰਹੀ ਹੈ ਇਕੱਠੇ ਨਾ ਹੋਇਓ। ਓਕੇ ਕਾਂਗਰਸ 4 ਸਾਲ 5 ਸਾਲ ਬਹੁਤ ਸੋਹਣਾ ਚੱਲਿਆ ਪਰ ਉਹ ਤਾਂ ਕੈਪਟਨ ਸਾਹਿਬ ਦਾ ਤਾਲਮੇਲ ਸੀ। ਕੈਪਟਨ ਸਾਹਿਬ ਤਾਂ ਬੰਦੇ ਗਲਤ ਨਿਕਲੇ ਬਾਅਦ ਚ ਆਪਾਂ ਨੂੰ ਕੱਢਣੇ ਪਏ ਐਂਡ ਹੁਣ ਜਿਹੜੇ ਬਾਕੀ ਸਾਰੇ ਆਪਣੇ ਸੀਨੀਅਰ ਨੇ ਉਹ ਵੀ ਉੱਥੇ ਜਾ ਕੇ ਬਹਿ ਗਏ। ਚਲੋ ਤੋਂ ਵਿਚਾਰਧਾਰਾ ਦੀ ਗੱਲ ਤਾਂ ਉੱਥੇ ਸਮਝ ਆ ਗਈ ਜੀ। ਉਸ ਤੋਂ ਬਾਅਦ ਅਸੀਂ ਹੁਣ ਅੱਗੇ ਕਰਨਾ ਕੀ ਚਾਹੁੰਦੇ ਹਾਂ ਅਸੀਂ ਸਰ ਇਨਕੰਪੀਟੈਂਸ ਜਾਂ ਕੁਝ ਇਹੋ ਜਿਹਾ ਕੁਝ ਨਹੀਂ ਕਹਿੰਦੇ ਹੁੱਕ ਔਰ ਕਰੁੱਕ। ਭਾਈ ਸਾਹਿਬ ਅਸੀਂ ਕਰੁੱਕ ਨਹੀਂ ਕਰਨਾ ਅਸੀਂ ਕਰੁੱਕ ਦੀ ਥਾਂ ਤੇ ਓਨੈਸਟੀ ਵਰਤਦੇ ਹਾਂ। ਅਸੀਂ ਲੋਕਾਂ ਨੂੰ ਸੱਚ ਬੋਲਦੇ ਹਾਂ। ਅਸੀਂ ਇਹ ਦੱਸ ਰਹੇ ਹਾਂ ਕਿ ਅਸੀਂ ਝਾਂਕੀਆਂ ਭੇਜੀਆਂ ਸਾਨੂੰ ਪਤਾ ਹੈ ਹਾਊ ਦ ਮੀਡੀਆ ਵਰਕਸ। 3 ਦਿਨ ਪਹਿਲਾਂ ਖਬਰ ਲੀਕ ਕਰਾਈ ਗਈ ਟਾਈਮਜ਼ ਆਫ ਇੰਡੀਆ ਨੂੰ ਪੰਜਾਬ ਦੀ ਝਾਂਕੀ ਬਸਟ ਹੋ ਗਈ। ਆਫੀਸ਼ੀਅਲ ਨੋਟੀਫਿਕੇਸ਼ਨ ਅੱਜ ਆਉਂਦੀ ਹੈ। ਉਹ ਈਮੇਲ ਪਾਉਣ 5 ਸਕਿੰਟ ਵੀ ਨਹੀਂ ਲੱਗਦੇ ਜੀ ਪਰ ਨਹੀਂ ਦਿਸ ਇਜ਼ ਦ ਵੇ ਦੇ ਵਰਕ। ਐਂਡ ਗਗਨ ਮਾਨ ਜੀ ਨੇ ਕੀ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਕਿਉਂ ਕਰਤੀ। ਇਹਨਾਂ ਨੇ ਜੋ ਸਾਨੂੰ ਥੀਮਸ ਕਹੀਆਂ ਸੀਗੀਆਂ ਅਸੀਂ ਉਹਨਾਂ ਥੀਮਸ ਦੇ ਮੁਤਾਬਿਕ ਬਣਾ ਕੇ ਭੇਜੀਆਂ ਪਰ ਫਰਕ ਸਿਰਫ ਇਹ ਹੈ ਗੌਰਵ ਜੀ ਇਹਨਾਂ ਨੂੰ ਇੱਕ ਰੰਗ ਦਿੰਦਾ ਸਾਨੂੰ ਗੁਲਦਸਤਾ ਦਿੰਦਾ। ਪਹਿਲੀ ਗੱਲ ਦੇਸ਼ ਦੇ ਲੋਕਾਂ ਨੇ ਰਿਜੈਕਟ ਕੀਤਾ ਪੰਜਾਬ ਦੇ ਲੋਕਾਂ ਨੇ ਬੰਗਾਲ ਦੇ ਲੋਕਾਂ ਨੇ ਆਂਧਰਾ ਦੇ ਲੋਕਾਂ ਨੇ ਤਮਿਲਨਾਡੂ ਦੇ ਲੋਕਾਂ ਨੇ ਕੇਰਲਾ ਦੇ ਲੋਕਾਂ ਨੇ ਰਿਜੈਕਟ ਕੀਤਾ ਇਹਨਾਂ ਨੂੰ। ਮਹਾਰਾਸ਼ਟਰ ਨੇ ਰਿਜੈਕਟ ਕੀਤਾ ਸੀ ਮੱਧ ਪ੍ਰਦੇਸ਼ ਨੇ ਰਿਜੈਕਟ ਕੀਤਾ ਸੀ ਇਹ ਧੱਕੇ ਨਾਲ ਵੜੇ ਆ ਉੱਥੇ। ਝਾਰਖੰਡ 'ਚ ਇਹਨਾਂ ਨੇ ਪੰਗਾ ਲਿਆ। ਇਹ ਲੜਾਈ ਲੜ ਰਹੇ ਆ ਕਿ ਇਸ ਦੇਸ਼ ਦੀ ਵਿਚਾਰਧਾਰਾ ਨੂੰ ਕਿਵੇਂ ਅਸੀਂ ਆਪਣੇ ਤਰੀਕੇ ਨਾਲ ਜ਼ਹਿਰੀਲਾ ਕਰ ਸਕਦੇ ਹਾਂ। ਸਾਡਾ ਆਈਡੀਆ ਇਹ ਸੀ ਕਿ ਸਾਡੀ ਝਾਂਕੀ ਜਿਹੜੀ ਹੈ ਉਹ ਸਾਰਾ ਕੁਝ ਦਰਸਾਏਗੀ ਸਾਡਾ ਸਾਂਝ ਦਰਸਾਏਗੀ ਸਾਡਾ ਸਭ ਕੁਝ ਦਰਸਾਏਗੀ। ਵਿਕਟਿਮ ਕਾਰਡ ਅਕਾਲੀ ਦਲ ਦੀ ਇਤਿਹਾਸ ਚੱਕ ਕੇ ਦੇਖ ਲਓ ਇਤਿਹਾਸ ਚੱਕ ਕੇ ਦੇਖ ਲਓ ਲੜਦੇ ਹੀ ਰਹੇ ਨੇ ਕੇਂਦਰ ਨਾਲ। ਜਦੋਂ ਭਾਈਵਾਲ ਸੀ ਉਦੋਂ ਚੁੱਪ ਕਰ ਜਾਂਦੇ ਸੀ ਗੱਲ ਸਿਰਫ ਇੰਨੀ ਕੁ ਉਦੋਂ ਚੁੱਪ ਕਰ ਜਾਂਦੇ ਸੀ। ਉਦੋਂ ਸਾਡੀ ਕੈਬਨਿਟ ਦੀ ਕੁਰਸੀ ਬਹੁਤ ਚੰਗੀ ਲੱਗਦੀ ਸੀ ਉਦੋਂ ਸਾਨੂੰ ਕੁਝ ਨਹੀਂ ਕਹਿਣ ਦੀ ਲੋੜ ਸੀ ਪਰ ਵੈਸੇ ਤਾਂ ਅਸੀਂ ਤਾਂ ਵਿਕਟਿਮ ਰਹਿ ਹੀ ਰਹੇ ਹਾਂ। ਸੋ ਮੇਰੀ ਬੇਨਤੀ ਹੈ ਜੀ ਬੀਜੇਪੀ ਇਹ ਜਵਾਬ ਦੇਵੇ ਕਿ ਤੁਸੀਂ ਸਾਡਾ ਆਈਡੀਆ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ ਅਸੀਂ ਚਲਾਵਾਂਗੇ ਸਾਰੇ ਦੇਸ਼ 'ਚ ਇਹਨੂੰ ਫੈਲਾਵਾਂਗੇ ਐਂਡ ਬਾਕੀ ਦੀਆਂ ਦੋਵੇਂ ਪਾਰਟੀਆਂ ਇਹ ਦੱਸਣ ਕਿ ਤੁਸੀਂ ਧਰਮ ਦੇ ਨਾਮ ਤੇ ਇਕੱਠੇ ਨਹੀਂ ਹੋਵੋਗੇ ਤੁਸੀਂ ਡਾਇਨੈਸਟੀ ਦੇ ਨਾਮ ਤੇ ਇਕੱਠੇ ਨਹੀਂ ਹੋਵੋਗੇ ਬਾਕੀ ਸਭ ਠੀਕ ਹੈ। ਬਿਲਕੁਲ ਉਹ ਗ੍ਰਾਫਿਕਸ ਵੀ ਆ ਗਿਆ ਦਰਸ਼ਕ ਸਾਡੇ ਦੇਖ ਰਹੇ ਹੋਣਗੇ ਜਿਸ ਗ੍ਰਾਫਿਕਸ ਦੇ ਜ਼ਰੀਏ ਅਸੀਂ ਦੱਸ ਰਹੇ ਹਾਂ ਕਿਹੜੀ ਇਸ ਵਾਰ ਸੂਬੇ ਦੇ ਵਿੱਚ ਕਿਹੜਾ ਸੂਬੇ ਦੀ ਝਾਕੀ ਨਜ਼ਰ ਨਹੀਂ ਆਏਗੀ ਉਹ ਵੀ ਅਸੀਂ ਇੱਕ ਲਿਸਟ ਦਿਖਾ ਰਹੇ ਹਾਂ। ਸੋਈ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਿਓ ਮੈਂ ਇੱਕ ਵਾਰ ਛੋਟਾ ਜਵਾਬ ਜ਼ਰੂਰ ਲੈ ਲਵਾਂ। ਤੁਸੀਂ ਸਵਾਲ ਪੁੱਛਿਆ ਸੀਗਾ ਉਹ ਲੈ ਲਿਓ ਠੀਕ ਹੈ ਖੜਿਆਲ ਸਾਹਿਬ ਤੁਸੀਂ ਪਲਾਨ ਆਫ ਐਕਸ਼ਨ ਦਾ ਸਵਾਲ ਪੁੱਛਿਆ ਸੀਗਾ ਉਹ ਜਵਾਬ ਲੈ ਲਿਓ ਇਹਨਾਂ ਤੋਂ। ਜੀ ਮੈਨੂੰ ਜਵਾਬ ਦੇ ਲੈਣ ਦਿਓ। ਪਲਾਨ ਆਫ ਐਕਸ਼ਨ ਵੀ 3 ਦਿਨਾਂ 'ਚ ਕੀ ਕੀਤਾ ਉਹ ਪੁੱਛੋ ਜੀ 10 ਕਿ ਜਵਾਬ ਦੇਣਾ। ਸਾਡੇ ਦੇਖੋ ਜਦੋਂ ਅਫੀਸ਼ੀਅਲ ਕਮਿਊਨੀਕੇਸ਼ਨ ਆਉਂਦੀ ਹੈ ਉਸ ਤੋਂ ਕੰਮ ਸ਼ੁਰੂ ਹੁੰਦਾ। ਪਲਾਨ ਆਫ ਐਕਸ਼ਨ ਸਭ ਤੋਂ ਪਹਿਲਾਂ ਹੈ ਐਨੀ ਅਫੀਸ਼ੀਅਲ ਵੇ ਐਨੀ ਵੇ ਪੋਲੀਟੀਕਲ ਵੇ ਐਨੀ ਅਫੀਸ਼ੀਅਲ ਵੇ ਇਹਨੂੰ ਅਪੋਜ਼ ਕੀਤਾ ਜਾਏਗਾ ਰੈਕਟੀਫਾਈ ਕੀਤਾ ਜਾਏਗਾ। ਨੰਬਰ 2 ਜਿਹੜਾ ਆਈਡੀਆ ਅਸੀਂ ਦਿਖਾਉਣਾ ਚਾਹੁੰਦੇ ਸੀ ਜਿਹੜਾ ਆਈਡੀਆ ਆਫ ਇੰਡੀਆ ਅਸੀਂ ਦਿਖਾਉਣਾ ਚਾਹੁੰਦੇ ਸੀ ਉਹ ਅਸੀਂ ਦੁਨੀਆ ਨੂੰ ਦਿਖਾ ਕੇ ਹਟਾਂਗੇ। ਰਿਪਬਲਿਕ ਡੇ ਤਾਂ ਦਿੱਲੀ 'ਚ ਵੀ ਹੋ ਜਾ ਤੇ ਚੰਡੀਗੜ੍ਹ 'ਚ ਵੀ ਹੋ ਜਾ ਤੇ ਲੁਧਿਆਣੇ 'ਚ ਵੀ ਹੋ ਜਾ। ਠੀਕ ਹੈ ਸੈਲੀਬ੍ਰੇਟ ਤਾਂ ਆਪਾਂ ਸਾਰੇ ਨਹੀਂ ਕਰਨਾ ਸੀ ਬਿਲਕੁਲ ਨਹੀਂ ਅਸੀਂ ਜੋ ਦਿਖਾਉਣਾ ਚਾਹੁੰਦੇ ਸੀ ਦੇਸ਼ ਨੂੰ ਅਸੀਂ ਜੋ ਦਿਖਾਉਣਾ ਚਾਹੁੰਦੇ ਸੀ ਜੋ ਆਈਡੀਆ ਆਫ ਇੰਡੀਆ ਜੋ ਸੈਕੂਲਰਿਜ਼ਮ ਜੋ ਯੂਨਿਟੀ ਜੋ ਹਿੰਦੁਸਤਾਨ ਦੀ ਪੰਜਾਬ ਦੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਥੀਮ ਅਸੀਂ ਦਿੱਲੀ ਭੇਜਿਆ ਸੀ ਉਹ ਚੰਡੀਗੜ੍ਹ 'ਚ ਨਜ਼ਰ ਆਏਗਾ ਚੰਡੀਗੜ੍ਹ ਦੇ ਵਿੱਚ ਜਾਂ ਜਿੱਥੇ ਸੀਐਮ ਹੋਣਗੇ। ਸਰ ਜੀ ਬਹੁਤ ਜਲਦੀ ਅਨਾਉਂਸਮੈਂਟ ਹੋ ਜਾਏਗੀ। ਇਹ ਰੋਕਣਾ ਚਾਹੁੰਦੇ ਨਾ ਇਹ ਦੇਖ ਲੈਣ ਇਹ ਆਈਡੀਆ ਇਹ ਵਾਕਈ ਬੜਾ ਇੰਟਰਸਟਿੰਗ ਹੈ ਇੰਤਜ਼ਾਰ ਰਹੇਗਾ ਗਰੇਵਾਲ ਸਾਹਿਬ। ਮਤਲਬ ਇਹ ਹੈ ਕਿ ਪੰਜਾਬ ਨੇ ਜਿਹੜਾ ਥੀਮ ਬਣਾ ਕੇ ਭੇਜਿਆ ਸੀ ਦਿੱਲੀ ਉੱਥੇ ਬੇਸ਼ੱਕ ਉਸ ਪ੍ਰਪੋਜ਼ਲ ਨੂੰ ਐਕਸੈਪਟ ਨਹੀਂ ਕੀਤਾ ਗਿਆ ਪਰ ਉਹੀ ਝਾਕੀ ਜਿਹੜੀ ਦਿੱਲੀ ਨਜ਼ਰ ਆਉਣੀ ਸੀ ਉਹ ਪੰਜਾਬ ਦੇ ਵਿੱਚ ਉਹ ਚਾਹੇ ਚੰਡੀਗੜ੍ਹ ਹੋਵੇ ਜਾਂ ਕਿਸੇ ਥਾਂ ਦੇ ਉੱਤੇ ਨਜ਼ਰ ਆਏਗੀ। ਸੋ ਇਹ ਥੋੜਾ ਇੰਤਜ਼ਾਰ ਕਰਿਓ। ਕਲੇਰ ਜੀ ਕੁਝ ਕਹਿਣਾ ਚਾਹ ਰਹੇ ਨੇ। ਨਹੀਂ ਦੇਖੋ ਗੌਰਵ ਜੀ ਮੈਨੂੰ ਨਾ ਬੜੀ ਮਾਯੂਸੀ ਹੁੰਦੀ ਹੈ ਗਰੇਵਾਲ ਸਾਹਿਬ ਇਧਰ ਉਧਰਲੀਆਂ ਗੱਲਾਂ ਬਹੁਤ ਕਰਦੇ ਨੇ। ਇਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਲੜਾਈ ਬਿਲਕੁਲ ਠੀਕ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਨਾਲ ਲੜਾਈਆਂ ਲੜੀਆਂ ਨੇ। ਐਮਰਜੈਂਸੀ ਦੀ ਲੜਾਈ ਕਿਹਨੇ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ। 18 ਸਾਲ ਜੇਲ੍ਹ ਕਿਹਨੇ ਕੱਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੱਟੀ। ਕਪੂਰੀ ਦਾ ਮੋਰਚਾ ਕਿਹਨੇ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ। ਔਰ ਜਦ ਦਿੱਲੀ ਨੇ ਜ਼ੁਲਮ ਕਰਿਆ ਸ਼੍ਰੋਮਣੀ ਅਕਾਲੀ ਦਲ ਨੇ ਹਿੱਕ ਡਾ ਕੇ ਲੜਾਈ ਲੜੀ ਹੈ ਔਰ ਲੜਦੇ ਵੀ ਰਹਾਂਗੇ। ਪਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਇਸ ਤਰੀਕੇ ਦੀਆਂ ਝਾਕੀਆਂ ਦੀਆਂ ਲੜਾਈਆਂ ਲੜ ਕੇ ਵਿਕਟਮ ਕਾਰਡ ਨਹੀਂ ਖੇਡੇ। ਮੇਰਾ ਅੱਜ ਗਰੇਵਾਲ ਸਾਹਿਬ ਤੁਹਾਨੂੰ ਸਪਸ਼ਟ ਸਵਾਲ ਹੈ ਤੁਸੀਂ ਹਰ ਚੀਜ਼ ਦੇ ਉੱਤੇ ਵਿਕਟਮ ਕਾਰਡ ਤੇ ਕਿਉਂ ਆ ਜਾਂਦੇ ਹੋ ਜੀ। ਕੇਂਦਰ ਸਾਨੂੰ ਇਹ ਕਹਿੰਦਾ ਹੈ ਕੇਂਦਰ ਨੇ ਸਾਨੂੰ 3 ਮਾਡਲ ਦੇ ਕੇ ਭੇਜੇ ਅਸੀਂ ਹੋਰ ਕੁਝ ਬਣਾਉਣਾ ਚਾਹੁੰਦੇ ਸੀ। ਇਹ ਕਿਤੇ ਨਾ ਕਿਤੇ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਪੁੱਛਦਾ ਕਿ ਅੱਜ ਤੱਕ ਸਰਕਾਰਾਂ ਰਹੀਆਂ ਨੇ ਸਾਰੇ ਸੂਬਿਆਂ ਦੇ ਵਿੱਚ ਹੀ ਰਹੀਆਂ ਨੇ। 26 ਜਨਵਰੀ 15 ਅਗਸਤ ਮਨਾਏ ਜਾਂਦੇ ਨੇ ਹਰ ਸੂਬੇ ਦੇ ਵਿੱਚ ਆਪਣੀਆਂ ਝਾਕੀਆਂ ਨਿਕਲਦੀਆਂ ਨੇ
ਪਰ ਜਿਹੜਾ ਦੇਸ਼ ਦੇ ਵਿੱਚ 26 ਜਨਵਰੀ ਦਾ ਨੈਸ਼ਨਲ ਪ੍ਰੋਗਰਾਮ ਹੈ, ਜਿਹੜਾ ਉੱਥੇ ਪਰੇਡ ਹੁੰਦੀ ਹੈ, ਉਹਦੇ ਚ ਪੰਜਾਬ ਦੀ ਝਾਕੀ ਕਿਉਂ ਨਹੀਂ? ਤੁਸੀਂ ਜਮ ਕੱਢੋ ਆਪਣੀਆਂ ਝਾਕੀਆਂ, ਕੋਈ ਨਹੀਂ ਰੋਕਦਾ। ਅਗਰ ਉੱਥੇ ਪੰਜਾਬ ਦੀ ਝਾਕੀ ਨਹੀਂ ਹੈਗੀ, ਉਹ ਜ਼ਿੰਮੇਵਾਰੀ ਤੁਹਾਡੇ ਤੇ। ਔਰ ਦੂਸਰੀ ਵੱਡੀ ਗੱਲ ਹੈ, ਇਹ ਕਹਿੰਦੇ ਨੇ ਜੀ ਕਿ ਜੀ ਸਾਨੂੰ ਤਾਂ ਬੀਜੇਪੀ ਇਦਾਂ ਕਰ ਰਹੀ ਹੈ। ਮੈਂ ਤਾਂ ਗਰੇਵਾਲ ਸਾਹਿਬ ਨੂੰ ਕਹਿਣਾ ਕਿ ਕੀ ਸਰਕਾਰਾਂ ਦੇ ਕੰਮ ਇਹ ਹੁੰਦੇ ਨੇ? ਤੁਸੀਂ ਅੱਜ ਇਹ ਗੱਲਾਂ ਕਰ ਰਹੇ ਹੋ, ਤੁਸੀਂ ਲੋਕਾਂ ਨੂੰ ਪਹਿਲਾਂ ਰੱਖਦੇ ਡੋਮੇਨ 'ਚ। 3-4 ਦਿਨ ਪਹਿਲਾਂ ਵੀ ਜਦੋਂ ਅਖਬਾਰ ਦੀ ਰਿਪੋਰਟ ਆ ਗਈ ਸੀ ਟਾਈਮਜ਼ ਆਫ ਇੰਡੀਆ, ਤੁਹਾਡੇ ਕਹਿਣ ਮੁਤਾਬਕ ਕਿ ਟਾਈਮਜ਼ ਆਫ ਇੰਡੀਆ 'ਚ ਲੀਕ ਹੋ ਗਈ। ਇਹ ਵੀ ਗੱਲ ਸਹੀ ਹੈ ਕਿ ਮੀਡੀਆ ਕਿੱਦਾਂ ਵਰਕ ਕਰਦਾ ਹੈ, ਇਹ ਤੁਹਾਨੂੰ ਸਭ ਤੋਂ ਵੱਧ ਪਤਾ ਹੈ, ਕਿਉਂਕਿ ਸਭ ਤੋਂ ਵੱਡਾ ਬਜਟ ਹੀ ਤੁਹਾਡਾ ਮੀਡੀਆ ਦੇ ਉੱਤੇ ਹੈ। ਸੋ ਕਿਤੇ ਨਾ ਕਿਤੇ ਤੁਸੀਂ ਇਹ ਦੱਸੋ ਕਿ ਚਾਰਾਜੋਈ ਕੀਤੀ ਕੀ? ਉਹ ਦਿਨ ਤੋਂ ਬਾਅਦ ਮੁੱਖ ਮੰਤਰੀ ਤੁਹਾਡੇ ਮਹਾਰਾਸ਼ਟਰ 'ਚ ਫਿਰਦੇ ਨੇ, ਤੁਸੀਂ ਉਹਦੀ ਚਾਰਾਜੋਈ ਕੀ ਕੀਤੀ? ਤੁਸੀਂ ਸਟਰੋਂਗ ਆਬਜੈਕਸ਼ਨ ਲਿਆ, ਤੁਸੀਂ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹੀ। ਸੋ ਮੈਂ ਫੇਰ ਦੁਬਾਰਾ ਕਹਿਣਾ ਕਿ ਜਿਹੜੇ ਦੇਸ਼ ਹਿੱਤ ਦੇ ਪ੍ਰੋਗਰਾਮ ਹੁੰਦੇ ਨੇ, 26 ਜਨਵਰੀ ਹੈ, 15 ਅਗਸਤ ਹੈ, ਕਿਰਪਾ ਕਰਕੇ ਉਹਨਾਂ ਨੂੰ ਆਪਣੀ ਸਿਆਸਤ ਤੋਂ ਬਾਹਰ ਰੱਖੋ। ਉਹ ਸਿਆਸਤ ਦਾ ਪਾਰਟ ਨਾ ਬਣਾਓ, ਅੱਗੇ ਪਿੱਛੇ ਜਿੰਨੀ ਮਰਜ਼ੀ ਸਿਆਸਤ ਕਰਨੀ ਹੈ। ਠੀਕ ਹੈ, ਚਲੋ ਤੁਹਾਨੂੰ ਲੱਗਦਾ ਕਿ ਸਿਆਸਤ ਹੋ ਰਹੀ ਹੈ। ਗਰੇਵਾਲ ਸਾਹਿਬ ਥੋੜਾ ਇੰਤਜ਼ਾਰ ਕਰਿਓ, ਇਕੱਠੇ ਜਵਾਬ ਦਿਓ। ਮੈਂ ਇੱਕ ਵਾਰ ਸੋਈ ਸਾਹਿਬ ਦਾ ਰੁਖ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸੋਈ ਸਾਹਿਬ ਦੇਖੋ, ਜਿਹੜੇ ਆਪੋਜੀਸ਼ਨ ਹੈ, ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ, ਉਹਨਾਂ ਨੇ ਲਾਜ਼ਮੀ ਤੌਰ ਤੇ ਸਵਾਲ ਸੈਂਟਰ ਦੇ ਉੱਤੇ ਚੁੱਕੇ ਜਾ ਰਹੇ ਨੇ। ਕਾਂਗਰਸ ਵੀ ਕਹਿ ਰਹੀ ਹੈ, ਤੁਹਾਡੇ ਸਾਰੇ ਵਿਰੋਧੀ ਕਹਿ ਰਹੇ ਨੇ, ਕਾਂਗਰਸ ਦੇ ਜਿਹੜੇ ਬੁਲਾਰੇ ਬੈਠੇ ਨੇ ਉਹ ਤਾਂ ਕਹਿ ਰਹੇ ਨੇ ਕਿ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਸਭ ਨੂੰ ਤੁਸੀਂ ਵਾਇਲੇਟ ਕੀਤਾ, ਨਹੀਂ ਪੰਜਾਬ ਨੂੰ ਮੌਕਾ ਦੇ ਕੇ। ਗੌਰਵ ਜੀ ਇਹਨਾਂ ਨੇ ਤੁਸੀਂ ਨਾ ਇੱਕ ਜਿਹੜਾ ਗ੍ਰਾਫਿਕਸ ਦਿਖਾਏ ਨੇ ਨਾ, ਉਹ ਬਿਲਕੁਲ ਐਕਸਪੋਜ਼ ਕਰਦਾ ਹੈਗਾ ਕਿ ਜੇ ਸਾਡੀ 4 ਸਟੇਟਾਂ ਦੀਆਂ ਝਾਕੀਆਂ ਨਹੀਂ ਬੀਜੇਪੀ ਰੂਲ ਸਟੇਟ ਨੇ, ਉਹਨਾਂ 'ਚ ਨਹੀਂ ਨਿਕਲ ਰਹੀਆਂ, ਉਹਨਾਂ ਦੀ ਝਾਕੀਆਂ ਨਹੀਂ ਆ ਰਹੀਆਂ, ਇਹਦਾ ਮਤਲਬ ਦੇयर ਮਸਟ ਬੀ ਸਮਥਿੰਗ ਰੋਂਗ ਇਨ ਦੈਟ। ਹੁਣ ਉਹ ਜੇ ਡਿਫੈਂਸ ਦਾ ਪ੍ਰੋਗਰਾਮ ਹੈਗਾ, ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜਾ ਰਿਪਬਲਿਕ ਡੇ ਹੈ ਉਹ ਡਿਫੈਂਸ ਸਰਵਿਸਿਜ਼ ਦਾ ਪ੍ਰੋਗਰਾਮ ਹੈਗਾ। ਅਤੇ ਰਾਸ਼ਟਰਪਤੀ ਸਾਹਿਬ ਉਹਦੀ ਸਲਾਮੀ ਲੈਂਦੇ ਨੇ ਤੇ ਸਾਰੇ ਅਸੀਂ ਡਿਫੈਂਸ ਆਪਣੀ ਸ਼ੋਅ ਕਰਦੇ ਹਾਂ ਵਰਲਡ ਨੂੰ ਕਿ ਸਾਡੀ ਪਾਵਰ ਕਿੰਨੀ ਹੈ, ਸਾਡਾ ਰਿਪਬਲਿਕ ਕਿੰਨਾ ਸਟਰੋਂਗ ਹੈਗਾ। ਅੱਜ ਉਹ ਰਿਪਬਲਿਕ ਨੂੰ ਸਟਰੋਂਗ ਕਰਨ ਵਾਸਤੇ ਇਹਨਾਂ ਦੀ ਇਹ ਸਰਕਾਰ ਕੋਈ ਡਿਫਰੈਂਟ ਤਰ੍ਹਾਂ ਦਾ ਪ੍ਰੋਗਰਾਮ, ਦੇਖੋ ਆਈ ਡੂ ਨਾਟ ਨੋ ਕਿ ਇਹਨਾਂ ਦੀ ਝਾਕੀ ਕਿਉਂ ਰਿਜੈਕਟ ਹੋਈ ਹੈ। ਉਹ ਉਹਨਾਂ ਨੂੰ ਡਿਫੈਂਸ ਮਿਨਿਸਟਰੀ ਦੇ ਨਾਲ ਇਹਨਾਂ ਦੀ ਕਮਿਊਨੀਕੇਸ਼ਨ ਹੋਈ ਹੋਣੀ ਹੈ। ਨਹੀਂ ਫਿਰ ਸੋਈ ਸਾਹਿਬ ਤੁਸੀਂ ਇਹ ਕਹੋ ਨਾ ਕਿ ਸਾਰੇ ਨਹੀਂ, ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਮੱਧ ਪ੍ਰਦੇਸ਼ ਦੇ ਵੱਲੋਂ ਵੀ, ਮੱਧ ਪ੍ਰਦੇਸ਼ ਦੀ ਲਗਾਤਾਰ ਦੂਜੇ ਸਾਲ ਇਸ ਵਾਰ ਝਾਕੀ ਨਹੀਂ ਹੈ। ਤੁਸੀਂ ਇਹ ਕਹਿ ਰਹੇ ਹੋ ਕਿ ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ ਕੋਈ ਗੜਬੜ ਕਰਤੀ, ਇਸ ਕਰਕੇ ਨਹੀਂ ਝਾਕੀ ਹੈ। ਦੇਖੋ ਇਸ ਤਰ੍ਹਾਂ ਹੁੰਦਾ, ਜੇ ਉਹ ਪੈਰਾਮੀਟਰਸ ਦੇ ਨਾਲ ਡਿਫੈਂਸ ਸਰਵਿਸਿਜ਼ ਵੱਲੋਂ, ਡਿਫੈਂਸ ਮਿਨਿਸਟਰੀ ਵੱਲੋਂ ਪੈਰਾਮੀਟਰਸ ਦੇ ਨਾਲ ਝਾਕੀਆਂ ਨਹੀਂ ਖਰੀਆਂ ਉਤਰਦੀਆਂ ਤੇ ਉਹਨਾਂ ਨੂੰ ਜੇ ਨਹੀਂ ਸ਼ੋਅ ਕੀਤਾ ਜਾ ਰਿਹਾ, ਇੱਥੇ ਅਸੀਂ ਦੇਸ਼ ਇੰਟਰਨੈਸ਼ਨਲੀ ਦੇਖੋ ਸਾਡੇ ਜਿਹੜੇ ਚੀਫ ਗੈਸਟ ਹੁੰਦੇ ਨੇ, ਤੁਹਾਨੂੰ ਪਤਾ ਹੀ ਹੋਣਾ ਹੈ ਕਿ ਆ ਵਰਲਡ ਤੋਂ ਅਸੀਂ ਕੋਈ ਵੀ ਸਾਡੇ ਨੁਮਾਇੰਦੇ ਜਿਹੜੇ ਬਾਹਰ ਦੇ ਦੇਸ਼ਾਂ ਤੋਂ ਆਉਂਦੇ ਨੇ, ਉਹਨਾਂ ਦੇ ਸਾਹਮਣੇ ਦਰਸਾਉਣਾ ਹੁੰਦਾ। ਅਸੀਂ ਕੀ ਦਰਸਾਵਾਂਗੇ? ਜੇ ਉਹ ਅੱਜ ਆਮ ਆਦਮੀ ਪਾਰਟੀ ਵਾਲੇ ਨਾ ਬੋਲ ਕੇ ਕਹਿ ਰਹੇ ਨੇ ਕਿ ਅਸੀਂ ਉਹ ਵੱਖਰਾ ਦਿਖਾਣਾ ਚਾਹੁੰਦੇ ਆ। ਆ ਕੀ ਦਿਖਾਣਾ ਚਾਹੁੰਦੇ ਨੇ? ਆ ਪੰਜਾਬ 'ਚ ਨਸ਼ਿਆਂ ਦੀ ਜਿਹੜੀ ਮੌਤਾਂ ਹੋ ਰਹੀਆਂ ਉਹ ਦਿਖਾਣਾ ਚਾਹੁੰਦੇ ਨੇ, ਪੰਜਾਬ 'ਚ ਗੁੰਡਾਗਰਦੀ ਜਿਹੜੀ ਹੋ ਰਹੀ ਆ ਉਹ ਦਿਖਾਣਾ ਚਾਹੁੰਦੇ ਨੇ, ਇੰਨੇ ਲੋਕ 252 ਲੋਕਾਂ ਦੇ ਮਰਡਰ ਹੋ ਗਏ ਉਹ ਦਿਖਾਣਾ ਚਾਹੁੰਦੇ ਨੇ, ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ ਉਹ ਦਿਖਾਣਾ। ਪੰਜਾਬ ਤੁਸੀਂ ਦਿਖਾਣਾ ਕੀ ਚਾਹੁੰਦੇ ਹੋ? ਤੁਸੀਂ ਕਿਉਂ ਪੰਜਾਬ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਰੱਖ ਕੇ ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹੋ? ਤੁਸੀਂ ਪੰਜਾਬੀਆਂ ਨੂੰ ਇੱਕ ਬੈਡ ਟੇਸਟ ਦੇ ਵਿੱਚ ਲੋਕਾਂ ਨੂੰ ਦਿਖਾ ਰਹੇ ਹੋ ਇਸ ਵਕਤ। ਤੁਸੀਂ ਜੇ ਤੁਹਾਡਾ ਸੈਸ਼ਨ ਨਹੀਂ ਚੱਲਣ ਦਿੱਤਾ ਜਾਂਦਾ, ਤੁਸੀਂ ਰਾਜਪਾਲ ਸਾਹਿਬ ਨੂੰ ਕਟਘਰੇ 'ਚ ਖੜਾ ਕਰ ਲੈਂਦੇ ਹੋ। ਤੁਸੀਂ ਕਰਨਾ ਕੀ ਚਾਹੁੰਦੇ ਹੋ? ਤੁਸੀਂ 9 ਮਹੀਨਿਆਂ 'ਚ ਪੰਜਾਬੀਆਂ ਨੂੰ ਇਹੋ ਜਿਹੇ ਰੰਗ ਦਿਖਾ ਦਿੱਤੇ ਕਿ ਪੰਜਾਬ ਤਰਾਹੀਮਾਮ ਕਰ ਰਿਹਾ ਕਿ ਅਸੀਂ ਕਿਸ ਤਰ੍ਹਾਂ ਦੀ ਸਰਕਾਰ ਲੈ ਕੇ ਆ ਜਾਂਦੀ ਹੈ। ਗੌਰਵ ਜੀ, this is not the question of one ਝਾਕੀ, this is the question of ਪੰਜਾਬ, ਪੰਜਾਬੀ ਤੇ ਪੰਜਾਬੀ। ਠੀਕ ਆ, ਆਪਾਂ ਜਵਾਬ ਨਾਲ ਦੀ ਨਾਲ ਛੋਟਾ ਜਿਹਾ ਜ਼ਰੂਰੀ ਹੈ। ਸਹੀ ਸਾਹਿਬ, ਪੰਜਾਬੀ ਤੇ ਪੰਜਾਬੀਅਤ ਨੂੰ ਬਦਨਾਮ ਕੀਤਾ। ਗਰੇਵਾਲ ਜੀ ਮਾਫੀ ਮੰਗਣੀ ਚਾਹੀਦੀ ਹੈ। ਗਰੇਵਾਲ ਜੀ ਮੈਂ ਸਭ ਨੂੰ ਬੜੇ ਸ਼ਾਂਤੀ ਨਾਲ ਆਪਣੇ ਵੀਰ ਮੈਨੂੰ ਪਲੀਜ਼ ਖਤਮ ਕਰਨ ਦਿਓ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਿਹਾ ਕਿ ਸਾਰੀਆਂ ਸਟੇਟਸ ਦੀਆਂ ਬਾਰੀਆਂ ਹੁੰਦੀਆਂ ਨੇ, ਪਰ ਜਿਹੜੀਆਂ ਸੈਂਟਰ ਰੂਲ ਸਟੇਟਸ ਹੁੰਦੀਆਂ ਨੇ ਉਹਦੇ 'ਚ ਐਕਸੈਪਟਡ ਰੂਲ ਹੈ ਕਿ ਆਪੋਜੀਸ਼ਨ ਨੀਡਸ ਟੂ ਬੀ ਗਿਵਨ ਸਪੇਸ। ਪਹਿਲੀ ਗੱਲ। ਦੂਜੀ ਗੱਲ, ਰਿਪਬਲਿਕ ਡੇ ਪਰੇਡ ਜਿਹੜੀ ਹੁੰਦੀ ਹੈ ਉਹ ਡਿਫੈਂਸ ਦੀ ਪਰੇਡ ਨਹੀਂ ਹੁੰਦੀ, ਉਹ ਰਿਪਬਲਿਕ ਦੀ ਪਰੇਡ ਹੁੰਦੀ ਹੈ। ਡਿਫੈਂਸ ਪਰਪਸਿਸ ਲਈ ਡਿਫੈਂਸ ਮਿਨਿਸਟਰੀ ਉਹਨੂੰ ਕਰਦੀ ਹੈ, ਦਿਖਾਉਂਦੀ ਹੈ, ਚਲਾਉਂਦੀ ਹੈ। ਕਾਰਨ ਕੀ ਹੈ? ਪਹਿਲਾਂ ਫੌਜ ਜਾਂਦੀ ਹੈ, ਫੌਜ ਇਹ ਦੱਸਦੀ ਹੈ ਕਿ ਆਹ ਸਾਡਾ ਭਾਰਤ ਹੈ, ਆਹ ਭਾਰਤ ਹੈ ਜਿਹਨੂੰ ਅਸੀਂ ਪ੍ਰੋਟੈਕਟ ਕਰ ਰਹੇ ਹਾਂ। ਝਾਕੀਆਂ ਸਟੇਟਾਂ ਦੀਆਂ ਦਿਖਾਉਂਦੀਆਂ ਨੇ ਕਿ ਸਾਡੀ ਫੌਜ ਅੱਗੇ ਜਾਂਦੀ ਹੈ ਤੇ ਦੁਨੀਆ ਨੂੰ ਇਹ ਦਿਖਾਉਂਦੀ ਹੈ ਕਿ ਆਹ ਭਾਰਤ ਹੈ ਜਿਹਨੂੰ ਅਸੀਂ ਪ੍ਰੋਟੈਕਟ ਕਰ ਰਹੇ ਹਾਂ। ਤੇ ਕਿਸੇ ਵੀ ਝਾਕੀ ਉਹ ਸਟੇਟ ਦੀ ਉਹ ਸਟੇਟ ਦਾ ਹਿੱਸਾ ਦਰਸਾਉਂਦੀ ਹੈ। ਯੈਸ,
ਸਾਡੀ ਝਾਂਕੀ ਨੇ ਦਿਖਾਉਣਾ ਸੀ ਕਿ ਪੰਜਾਬ 'ਚ ਡਰੱਗਸ ਨੇ। ਯੈਸ, ਸਾਡੀ ਝਾਂਕੀ ਨੇ ਦਿਖਾਉਣਾ ਸੀ ਕਿ ਪੰਜਾਬ 'ਚ ਗੈਂਗਸ ਨੇ। ਯੈਸ, ਸਾਡੀ ਝਾਂਕੀ ਨੇ ਪੰਜਾਬ ਦਾ ਇਤਿਹਾਸ, ਪੰਜਾਬ ਦੇ ਸ਼ਹੀਦ ਦਿਖਾਉਣੇ ਸੀ। ਯੈਸ, ਸਾਡੀ ਝਾਂਕੀ ਨੇ ਦਿਖਾਉਣਾ ਸੀਗਾ ਕਿ ਅਸੀਂ ਜੀ ਇਹੋ ਜਿਹੇ ਪੰਜਾਬ ਤੋਂ ਆਹ ਹਾਲਾਤ ਹੋ ਗਏ। ਐਂਡ ਅਸੀਂ ਵਿਜ਼ਨ ਜੋ ਦਿਖਾਉਣੀ ਸੀ ਕਿ ਅਸੀਂ ਪੰਜਾਬ ਕੱਲਾ ਨਹੀਂ, ਦੇਸ਼ ਨੂੰ ਇਹ ਵਿਜ਼ਨ ਦਿਖਾਵਾਂਗੇ, ਇਹ ਵਿਜ਼ਨ ਦਿਖਾਉਣੀ ਸੀ। ਐਂਡ ਬਿਲਕੁਲ ਕੋਈ ਨਹੀਂ, ਤੁਸੀਂ ਬੰਦ ਕਰਤੀ, ਕੋਈ ਗੱਲ ਨਹੀਂ। ਮੈਂ ਕਹਿ ਰਿਹਾ ਦੇਖੋ ਮੇਰੀ ਗੱਲ ਥੱਲੇ ਜੋ ਬਾਹਰ ਆ ਗਈ ਆ ਪੰਜਾਬ ਨੂੰ ਬਦਨਾਮ ਕਰਨ ਵਾਸਤੇ 26 ਮੈਨੂੰ ਪਤਾ ਨਹੀਂ ਕੀ ਝਾਕੀ ਇਹਨਾਂ ਦੀ ਸੀਗੀ। ਆ 26 ਜਨਵਰੀ 2023 ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਸੀਗੇ। ਪੰਜਾਬ ਨੂੰ ਇਸ ਗੱਲ ਤੇ ਸ਼ੋਅ ਕਰਨਾ ਚਾਹੁੰਦੇ ਸੀਗੇ ਕਿ ਡਰੱਗਸ ਵਿਕਦੀਆਂ ਪੰਜਾਬ। ਜਦੋਂ ਰਾਹੁਲ ਗਾਂਧੀ ਆਇਆ ਸੀਗਾ ਉਹਨੇ ਕਿਹਾ ਸੀਗਾ ਕਿ 90% ਪਲੀਜ਼ ਗਰੇਵਾਲ ਸਾਹਿਬ ਕੰਪਲੀਟ ਕਰ ਲਓ। 90% ਨਸ਼ੇੜੀ ਨੇ ਤੇ ਪੰਜਾਬੀਆਂ ਨੂੰ ਨਸ਼ੇੜੀ ਵਾਂਗੂ ਦੇਖਣਾ ਸ਼ੁਰੂ ਕਰ ਦਿੱਤਾ। ਹੁਣ ਗਰੇਵਾਲ ਜੀ ਕੰਪਲੀਟ ਕਰ ਲਓ। ਸੋਈ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਿਓ ਪਲੀਜ਼, ਲੋਕਾਂ ਤੱਕ ਆਵਾਜ਼ ਨਹੀਂ ਪਹੁੰਚ ਪਾਉਂਦੀ। ਤੁਸੀਂ ਦੋਵੇਂ ਸਕਾਈਪ ਦੇ ਜ਼ਰੀਏ ਜੁੜੇ ਹੋਏ ਹੋ, ਇਸ ਕਰਕੇ ਮੈਂ ਰਿਕੁਐਸਟ ਕਰ ਰਿਹਾ ਕਿ ਜਦੋਂ ਇਕੱਠੇ ਬੋਲਾਂਗੇ ਤਾਂ ਨਹੀਂ ਪਹੁੰਚ ਪਾਏਗੀ ਲੋਕਾਂ ਤੱਕ ਆਵਾਜ਼। ਗਰੇਵਾਲ ਜੀ ਪਲੀਜ਼ ਕੰਪਲੀਟ ਕਰ ਲਓ। ਥੈਂਕ ਯੂ ਸੋ ਮਚ ਸੋਈ ਸਾਹਿਬ, ਬੜੇ ਸਤਿਕਾਰਯੋਗ ਹੋ ਵੀਰ ਜੀ, ਮੈਨੂੰ ਕੰਪਲੀਟ ਕਰਨ ਦਿਓ ਪਲੀਜ਼, ਬੋਲ ਦਿਓ। ਸਰ ਮੈਂ ਇੱਕ ਗੱਲ ਕਹਿ ਰਿਹਾ, ਅਸੀਂ ਆ ਚੀਜ਼ਾਂ ਦਿਖਾਉਣੀਆਂ, ਇਹਨਾਂ ਨੇ ਪ੍ਰੋਸੀਜਰ ਦੇ ਪਿੱਛੇ ਭੱਜਣਾ, ਇਹਨਾਂ ਨੇ ਹਰ ਉਹ ਚੀਜ਼ ਕਰਨੀ ਹੈ। ਮੇਰੀ ਗੱਲ ਸੁਣੋ ਜੀ, ਅਕਾਲੀ ਦਲ ਕਹਿ ਰਿਹਾ ਵਿਕਟਿਮ ਕਾਰਡ, ਖਤਰਾ ਕੀ ਸੀ ਜੀ? ਸਾਰੀ ਉਮਰ ਤਾਂ ਖਤਰੇ 'ਚ ਪਾਏ ਰੱਖਿਆ, ਕਦੇ ਪੰਥ ਨੂੰ, ਕਦੇ ਪੰਜਾਬ ਦੇ ਪਾਣੀਆਂ ਨੂੰ, ਕਦੇ ਪੰਜਾਬ। ਯਾਰ ਗਰੇਵਾਲ ਸਾਹਿਬ ਤੁਸੀਂ ਸਿਆਣੇ ਬਿਆਣੇ ਬੰਦੇ ਆ ਜੀ, ਤੁਸੀਂ ਇਸ਼ੂ ਤੇ ਡਿਬੇਟ ਕਿਉਂ ਨਹੀਂ ਕਰਦੇ? ਤੁਹਾਡੇ ਕੋਲ ਜੇ ਨਹੀਂ ਜਵਾਬ ਹੁੰਦਾ ਤਾਂ ਤੁਸੀਂ ਪੰਥ ਇਹ ਗੱਲਾਂ ਕਿਉਂ ਬੋਲਦੇ ਹੋ? ਜਿਹੜੀ ਗੱਲਾਂ ਤੁਹਾਨੂੰ ਸਮਝ ਨਹੀਂ, ਤੁਸੀਂ ਕੀਤਾ ਕੱਖ ਨਹੀਂ। 9 ਮਹੀਨੇ ਦੇ ਰਾਜ ਦੇ ਵਿੱਚ ਵਿਕਟਮ ਕਾਰਡ ਦੇ ਉੱਤੇ ਰਹੇ ਹੋ, ਸੋ ਕਿਰਪਾ ਕਰਕੇ ਬੇਨਤੀ ਹੈ ਕਿ ਇਸ਼ੂ ਐਡਰੈਸ ਕਰ ਲੈਣਾ। ਮੈਂ ਕਲੀਅਰ ਸਾਹਿਬ ਤੁਹਾਡਾ ਜਵਾਬ ਥੋੜੇ ਪਲੀਜ਼ ਤੁਸੀਂ ਦੱਸੋ ਚਾਰਾਂ ਜੀ ਕੀ ਕੀਤੀ? ਅਗਰ ਬੀਜੇਪੀ ਗਲਤ ਹੈ ਤਾਂ ਪਬਲਿਕ ਪਲੇਟਫਾਰਮ ਤੇ ਰੱਖੋ ਕਿੱਥੇ ਗਲਤ ਹੈ, ਪਰ ਦੱਸੋ ਤਾਂ ਸਹੀ ਨਾ ਲੋਕਾਂ ਨੂੰ ਕੁਝ। ਥੈਂਕ ਯੂ, ਤੁਸੀਂ ਬੋਲਿਆ, ਹੁਣ ਤੁਸੀਂ ਵੀ ਮੈਨੂੰ ਬੋਲ ਲੈਣ ਦਿਓ। ਬੜੇ ਸਤਿਕਾਰਯੋਗ ਹੋ ਵੀਰ, ਪਲੀਜ਼ ਮੈਨੂੰ ਖਤਮ ਕਰਨ ਦਿਆ ਕਰੋ, ਆਪਣੀ ਵਾਰੀ ਬੋਲੋ। ਵਿਕਟਿਮ ਕਾਰਡ ਜਿਹੜਾ ਇਹ ਕਹਿ ਰਹੇ ਸੀ, ਉਹ ਜਿਹੜਾ ਖਤਰਾ ਸੀ, ਅਸੀਂ ਕਿਹਾ ਉਹ ਬਿਲਕੁਲ ਨਹੀਂ ਹੈਗਾ ਜੀ। ਅਕਾਲੀ ਦਲ ਦੀ ਬਹੁਤ ਕੁਰਬਾਨੀ ਹੈ। ਮੈਂ ਤੁਹਾਨੂੰ ਕੀ ਕਹਿ ਰਿਹਾ, ਮਾਰਿਆ ਤਾਂ ਡਾਇਨੈਸਟੀਜ਼ ਨੇ ਹੈ, ਪਰਿਵਾਰਵਾਦ ਨੇ ਮਾਰਿਆ, ਕਾਂਗਰਸ ਨੂੰ ਵੀ ਮਾਰਿਆ, ਬਾਕੀਆਂ ਨੂੰ ਵੀ ਮਾਰਿਆ। ਮੈਂ ਨਾਂ ਕਿਸੇ ਦਾ ਨਹੀਂ ਲੈਣਾ ਜੀ। ਮੈਂ ਤਾਂ ਇੱਕ ਗੱਲ ਕਹਿ ਰਿਹਾ ਗੌਰਵ ਜੀ, ਅਸੀਂ ਇੱਕ ਚੀਜ਼ ਕਰਨੀ ਸੀ, ਅਸੀਂ ਇੱਕ ਆਈਡੀਆ ਪ੍ਰੋਪੋਗੇਟ ਕਰਨਾ ਸੀ। ਅਸੀਂ ਪੰਜਾਬ ਦੇ ਲੋਕ ਦੀ ਵਿਲ, ਜਿਹੜੀ ਪੰਜਾਬ ਦੇ ਲੋਕਾਂ ਨੇ। ਪਰ ਗਰੇਵਾਲ ਸਾਹਿਬ ਉਹ ਤਿੰਨ ਥੀਮ, ਜਿਹੜਾ ਇੱਕ ਥੀਮ ਦਿੱਤਾ ਗਿਆ ਸੀ ਉਸ ਦੇ ਵਿੱਚ 3 ਪੁਆਇੰਟ ਸੀ ਕਿ ਉਸ ਦੇ ਨਾਲ ਹੀ ਜੁੜਿਆ ਹੋਇਆ ਪੰਜਾਬ ਦਾ ਪੂਰਾ ਕਨਸੈਪਟ ਸੀ ਝਾਕੀ ਦਾ। ਪੰਜਾਬ ਨੇ 75 ਸਾਲਾਂ 'ਚ ਕੀ ਤਰੱਕੀ ਕੀਤੀ ਹੈ, ਪੰਜਾਬ ਨੇ ਕੀ ਯੋਗਦਾਨ ਪਾਇਆ ਆਜ਼ਾਦੀ ਦੀ ਲੜਾਈ ਵਿੱਚ, ਪੰਜਾਬ ਦੀਆਂ ਧੀਆਂ ਨੇ ਕੀ ਯੋਗਦਾਨ ਪਾਇਆ, ਤੇ ਪੰਜਾਬ ਦੀਆਂ ਕੀ ਪ੍ਰੋਬਲਮਸ, ਕੀ ਤਰਾਸਦੀ ਰਹੀ ਹੈ, ਤੇ ਪੰਜਾਬ ਅੱਗੇ ਕਿਵੇਂ, ਇਹ ਸਭ ਦਿਖਾਇਆ ਸੀ। ਇਹਨਾਂ ਤੋਂ ਚਲੋ ਥੋੜੇ ਇੰਤਜ਼ਾਰ ਹੁਣ ਹੋਰ ਕਰਿਓ ਪਲੀਜ਼। ਤੁਸੀਂ ਆਪਣੀ ਗੱਲ ਰੱਖੀ ਹੈ, ਪਹਿਲਾਂ ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ। ਗੌਰਵ ਜੀ ਪਹਿਲਾਂ ਤਾਂ ਮੈਂ ਪੈਟਰਨ ਦਿਖਾਦਾ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਇਨਕੰਪੀਟੈਂਸ ਤੇ ਇਨਐਕਸਪੀਰੀਅੰਸ ਦਾ ਇਹ ਨਤੀਜਾ ਹੈ ਕਿ ਪੰਜਾਬ ਦੀ ਨਹੀਂ ਸਿਰਫ ਦਿੱਲੀ ਦੀ ਵੀ ਝਾਕੀ ਨਹੀਂ ਨਿਕਲ ਰਹੀ ਹੈ, ਤੇ ਦੋਵੇਂ ਥਾਵਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇੱਥੋਂ ਪੈਟਰਨ ਦਿਖਦਾ ਹੈ ਕਿ ਆਮ ਆਦਮੀ ਪਾਰਟੀ ਇੰਨੀ ਇਨਕੰਪੀਟੈਂਟ ਹੋ ਚੁੱਕੀ ਹੈ, ਸੌਂਦੇ ਰਹਿੰਦੇ, ਹੱਥ ਧਰ ਕੇ ਬੈਠੇ ਰਹਿੰਦੇ, ਬਿਕੋਜ਼ ਇਹਨਾਂ ਦਾ ਇੰਟਰਸਟ ਹੀ ਨਹੀਂ ਹੈ। ਇਹਨਾਂ ਦਾ ਇੰਟਰਸਟ ਸਿਰਫ ਔਰ ਸਿਰਫ ਮਾਰਕੀਟਿੰਗ ਦਾ ਹੈ। ਜਿਹੜੇ ਪੰਜਾਬ ਦੇ ਹੱਕ ਹੈ, ਦਿੱਲੀ ਦੇ ਹੱਕ ਹੈ, ਉਹ ਨਹੀਂ ਇਹਨਾਂ ਦਾ ਇੰਟਰਸਟ ਹੈਗਾ। ਦੂਜਾ ਤੁਸੀਂ ਦੇਖੋ, ਇਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਦਿੱਲੀ ਦੇ ਵਿੱਚ ਨਹੀਂ ਜੇ ਝਾਕੀ ਨਿਕਲ ਰਹੀ ਕੋਈ ਗੱਲ ਨਹੀਂ, ਅਸੀਂ ਹੋਰ ਕਿਤੇ ਕੱਢ ਲਾਂਗੇ। ਇਹਨਾਂ ਕੇਅਰਲੈਸ ਐਟੀਟਿਊਡ ਗੌਰਵ ਜੀ ਓਪਨਲੀ ਐਡਮਿਟ ਕਰ ਰਹੇ ਹੈ, ਆਪਦੀ ਰਾਈਟ ਰਿਲਿੰਕੁਇਸ਼ ਕਰ ਰਹੇ, ਆਪਦਾ ਹੱਕ ਖੁੱਲੇਆਮ ਸ਼ਰੇਆਮ ਛੱਡ ਰਹੇ ਹੈ ਵੀ ਕੋਈ ਚੱਕਰ ਨਹੀਂ ਜੀ। ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਪਲਾਨ ਆਫ ਐਕਸ਼ਨ ਸੀਗਾ ਨਹੀਂ ਲੜਨ ਦਾ। ਤੇ ਜਦੋਂ ਇਹਨਾਂ ਨੂੰ ਤੁਸੀਂ ਪੁੱਛਿਆ, ਮੇਰਾ ਸਵਾਲ ਇਹਨਾਂ ਨੂੰ ਅੱਗੇ ਪੁੱਟ ਫਾਰਵਰਡ ਕੀਤਾ ਵੀ ਅੱਗੇ ਹੁਣ ਆਮ ਆਦਮੀ ਪਾਰਟੀ ਕੀ ਕਰੂ ਜਾਂ ਪਿਛਲੇ 3 ਦਿਨਾਂ 'ਚ ਕੀ ਕੀਤਾ, ਕੋਈ ਜਵਾਬ ਨਹੀਂ, ਕਿਉਂਕਿ ਕੋਈ ਇਹਨਾਂ ਨੇ ਮੀਟਿੰਗ ਨਹੀਂ ਕੀਤੀ, ਕੋਈ ਇਹਨਾਂ ਨੇ ਲੈਟਰ ਨਹੀਂ ਲਿਖਿਆ, ਕੋਈ ਵਿਧਾਨ ਸਭਾ ਸੈਸ਼ਨ ਨਹੀਂ ਕਾਲ ਕੀਤਾ, ਕੋਈ ਆਲ ਪਾਰਟੀ ਮੀਟ ਨਹੀਂ ਬੁਲਾਈ ਇਹਨਾਂ ਨੇ, ਕੋਈ ਪ੍ਰਪੋਜ਼ਲ ਨਹੀਂ ਕਿਸੇ ਨੂੰ ਦਿੱਤਾ। ਤੁਸੀਂ ਆਈਡੀਆ ਦੇ ਦਿਓ, ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ। ਨਹੀਂ ਤੁਸੀਂ ਆਈਡੀਆ ਦੇ ਦੇਖੋ, ਰਾਜਸਥਾਨ ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਹੈ, ਹਿਮਾਚਲ ਪ੍ਰਦੇਸ਼ ਨੂੰ ਮੈਂ ਇਸ ਕਰਕੇ ਕਾਊਂਟ ਨਹੀਂ ਕਰ ਰਿਹਾ ਕਿਉਂਕਿ ਨਵੀਂ ਸਰਕਾਰ ਹੈ, ਉੱਥੇ ਤਾਂ ਹਜੇ ਪ੍ਰਪੋਜ਼ਲ ਪੁਰਾਣੀ ਸਰਕਾਰ ਨਹੀਂ ਭੇਜਿਆ ਹੁਣ। ਪਰ ਕਾਂਗਰਸ ਦੀ ਸਰਕਾਰਾਂ ਦੀ ਜਿੱਥੇ ਹੈ ਉੱਥੇ ਦੀ ਵੀ ਝਾਕੀ ਨਹੀਂ ਹੈ। ਰਾਜਸਥਾਨ, ਛੱਤੀਸਗੜ੍ਹ ਤਾਂ ਬਹੁਤ ਅਹਿਮ ਸਟੇਟਸ ਨੇ ਤੁਹਾਡੇ ਲਈ। ਮੈਂ ਦੱਸਦਾ ਉੱਥੇ ਸਾਡੇ ਲੀਡਰਾਂ ਨੇ ਇਹਨੂੰ ਅਪੋਜ਼ ਕੀਤਾ ਤੇ ਹਜੇ ਵੀ ਕਰ ਰਹੇ ਹੈ, ਹੱਥ ਤੇ ਹੱਥ ਧਰ ਕੇ ਬੈਠੇ ਨਹੀਂ ਆਮ ਆਦਮੀ ਪਾਰਟੀ ਵਾਂਗੂ। ਨਹੀਂ ਦੱਸ ਦਿਓ ਸਰ, ਅਪੋਜ਼ ਕੀਤਾ ਕਿਵੇਂ? ਮੈਂ ਉਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਉਹ ਵੀ ਦੱਸਦਾ, ਕਾਂਗਰਸ ਨੇ ਕਿਵੇਂ ਅਪੋਜ਼ ਦੱਸਦਾ ਗੌਰਵ ਜੀ। ਅਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਗੌਰਵ ਜੀ ਕਿ ਆਮ ਆਦਮੀ ਪਾਰਟੀ ਤੋਂ ਐ ਕਹਿ ਦਿੰਦੀ ਹੈ ਨਾ ਕਿ ਕੋਈ ਚੱਕਰ ਹੀ ਨਹੀਂ ਜੀ,
ਜੇ ਦਿੱਲੀ ਚਾਕੀ ਨਹੀਂ ਨਿਕਲੀ ਤਾਂ ਇੱਥੇ ਅਸੀਂ ਕੱਢ ਲਾਂਗੇ। ਇੱਥੋਂ ਇਹ ਕੇਅਰਲੈਸ ਐਟੀਟਿਊਡ ਸ਼ੋ ਕਰਦੇ ਆ, ਐਡਮਿਟ ਕਰਦੇ ਆ ਕੰਟੀਨਿਊਅਸਲੀ। ਤੁਸੀਂ ਇਹ ਦੇਖੋ ਜਦੋਂ ਲਗਾਤਾਰ ਚਾਕੀ ਨਿਕਲਦੀ ਆਈ ਹੈ ਪਿਛਲੇ 5 ਸਾਲ ਤੇ ਫਿਰ ਐਤਕੀ ਕੀ ਦਿੱਕਤ ਆ ਗਈ, ਐਤਕੀ ਕੀ ਪ੍ਰੋਬਲਮ ਆ ਗਈ। ਆਮ ਆਦਮੀ ਪਾਰਟੀ ਦਾ ਪਹਿਲਾ ਸਾਲ ਸੀਗਾ, ਅਜੇ ਪਹਿਲੇ ਸਾਲ 'ਚ ਆ ਚੀਜ਼ ਹੋ ਗਈ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਗੇ ਪੰਜਾਬ ਨਾਲ ਕੀ ਹੋਣ ਜਾ ਰਿਹਾ ਹੈ। ਇਹ ਅਨਫੋਰਚੂਨੇਟ ਹੈ, ਬੜਾ ਮੰਦਭਾਗਾ ਹੈ ਕਿ ਇਹ ਸਰਕਾਰ ਹੁਣ ਪੰਜਾਬ ਨੂੰ ਚਲਾ ਰਹੀ ਹੈ ਜਿਹੜੀ ਪੰਜਾਬ ਦੇ ਹੱਕ ਨਾਲ ਕੋਈ ਇਤਫਾਕ ਹੀ ਨਹੀਂ ਰੱਖਦੀ। ਦੂਜਾ ਦੇਖੋ, ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਕਿਉਂ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਕਿਸੇ ਲੀਡਰ ਨੇ ਕੋਈ ਸਵਾਲ ਖੜਾ ਕੀਤਾ ਹੈ ਤੇ ਨਹੀਂ ਕੀਤਾ। ਕੇਜਰੀਵਾਲ ਸਾਹਿਬ ਨੇ ਪੰਜਾਬ ਦੀ ਚਾਕੀ ਛੱਡੋ, ਦਿੱਲੀ ਦੀ ਚਾਕੀ ਬਾਰੇ ਕੋਈ ਬਿਆਨ ਨਹੀਂ ਦਿੱਤਾ। ਮੈਂ ਪੁੱਛਦਾ ਗਰੇਵਾਲ ਸਾਹਿਬ ਨੂੰ ਵੀ ਤੁਹਾਡਾ ਪਹਿਲਾਂ ਕੋਈ ਇੰਟਰਸਟ ਸੀਗਾ ਵੀ ਇਸ ਚੀਜ਼ 'ਚ ਕਿ ਨਹੀਂ ਸੀ? ਤੇ ਨਾਲੇ 3 ਦਿਨ ਗੌਰਵ ਜੀ 3 ਦਿਨ ਸਫੀਸ਼ੀਐਂਟ ਹੁੰਦੇ ਆ, ਬਹੁਤ ਹੁੰਦੇ ਆ। ਇਹ ਜਾਣ ਬੁੱਝ ਕੇ 3 ਦਿਨ ਵੇਸਟ ਕੀਤੇ ਗਏ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਵਿਰੋਧ ਹੋਊਗਾ, ਆਲੋਚਨਾ ਹੋਊਗੀ ਤੇ 3 ਦਿਨ ਅਸੀਂ ਵੇਸਟ ਕਰ ਦਈਏ। ਜਦੋਂ ਟਾਈਮ ਖਤਮ ਹੋ ਗਿਆ ਫਿਰ ਜਾ ਕੇ ਕਹਿ ਦਾਂਗੇ ਅਸੀਂ ਵੀ ਬਈ ਹੁਣ ਤਾਂ ਟਾਈਮ ਹੈ ਨਹੀਂ। ਇਹਨਾਂ ਨੇ ਕਿਹਾ ਮੈਂ ਤੁਹਾਡੀ ਗੱਲ ਨੂੰ ਐਡ ਕਰਦਾ ਹੋਇਆ ਸਵਾਲ ਪੁੱਛਦਾ, ਮੈਂ ਗਰੇਵਾਲ ਸਾਹਿਬ ਦਾ ਰੁਖ ਕਰਦਾ। ਠੀਕ ਹੈ, ਗਰੇਵਾਲ ਪੁਆਇੰਟ ਹੈ ਬਸ। ਇਹਨਾਂ ਨੇ ਕਿਹਾ ਵੀ ਪਿਛਲੇ 5 ਸਾਲ ਕੈਪਟਨ ਸਾਹਿਬ ਸੀਗੇ ਜਦੋਂ ਚਾਕੀਆਂ ਨਿਕਲਦੀ ਰਹੀਆਂ। ਮੈਂ ਤੁਹਾਨੂੰ ਦੱਸਦਾ ਕਿ ਇੱਕ ਬੰਦਾ ਨਹੀਂ ਸਰਕਾਰ ਚਲਾਉਂਦਾ, ਪੂਰਾ ਕੈਬਨਿਟ ਸਰਕਾਰ ਚਲਾਉਂਦਾ, ਪੂਰੀ ਗਵਰਨੈਂਸ ਹੁੰਦੀ ਹੈ ਪੂਰੀ ਸਰਕਾਰ ਦੇ ਰਾਹੀਂ। ਉਹ ਆਮ ਆਦਮੀ ਪਾਰਟੀ 'ਚ ਕਿਉਂਕਿ 1 ਮੈਨ ਰੂਲ ਹੈ, ਇਹਨਾਂ ਨੂੰ ਲੱਗਿਆ ਕਾਂਗਰਸ 'ਚ ਵੀ ਆਈ ਸੀ, ਲੇਕਿਨ ਗਰੇਵਾਲ ਸਾਹਿਬ ਇੱਧਰ ਆਏ ਨਹੀਂ ਸੀ। ਸਰਕਾਰ ਮਿਹਨਤ ਕਰਦੀ ਸੀ, ਬਿਊਰੋਕਰੈਟਸ ਮਿਹਨਤ ਕਰਦੇ ਸੀਗੇ ਤੇ ਸਾਡੀ ਚਾਕੀਆਂ ਨਿਕਲੀਆਂ। ਐਤਕੀ ਤੁਸੀਂ ਆਏ ਤੇ ਚਾਕੀ ਨਹੀਂ ਨਿਕਲੀ, ਹੈਂਸ ਪ੍ਰੂਫ ਕਿ ਆਮ ਆਦਮੀ ਪਾਰਟੀ ਸੌਂਦੀ ਰਹੀ ਹੈ ਤੇ ਕੰਪੀਟੈਂਟ। ਮੈਂ ਆਪਾਂ ਬਿਲਕੁਲ ਕਨਕਲੂਡ ਵਾਲੇ ਪਾਸੇ ਇਸ ਸਮੇਂ ਵਧ ਰਹੇ ਹਾਂ। ਮੈਂ ਇਸ ਕਰਕੇ ਸਭ ਦਾ ਇੱਕ ਰਿਐਕਸ਼ਨ ਲਵਾਂਗਾ ਤੇ ਆਪਾਂ ਉਸ ਪੁਆਇੰਟ ਤੇ ਵਧੀਏ ਕਿ ਅੱਗੇ ਦਾ ਪਲਾਨ ਆਫ ਐਕਸ਼ਨ ਹੋਣਾ ਕੀ ਚਾਹੀਦਾ ਸਰਕਾਰ ਦਾ। ਮੈਂ ਇੱਥੇ ਇਹ ਮੈਂਸ਼ਨ ਕਰ ਦਵਾਂ ਕਿ 2021 ਦੇ ਵਿੱਚ ਵੈਸਟ ਬੰਗਾਲ ਦੀ ਚਾਕੀ ਪਰੇਡ ਦੇ ਵਿੱਚ ਸ਼ਾਮਲ ਸੀ। ਵੈਸਟ ਬੰਗਾਲ, ਪੱਛਮੀ ਬੰਗਾਲ ਦਾ ਮੈਂ ਜ਼ਿਕਰ ਕਰ ਰਿਹਾ ਜਿੱਥੇ ਮਮਤਾ ਬੈਨਰਜੀ ਮੁੱਖ ਮੰਤਰੀ ਨੇ। 2022 ਦੇ ਵਿੱਚ ਪੱਛਮ ਬੰਗਾਲ ਦੀ ਚਾਕੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਸੀ। 2022 ਦੇ ਵਿੱਚ ਡਿਫੈਂਸ ਮਿਨਿਸਟਰੀ ਨੂੰ ਮਮਤਾ ਬੈਨਰਜੀ ਨੇ ਰਿਟਨ ਦੇ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਡਿਫੈਂਸ ਮਿਨਿਸਟਰੀ ਨੇ ਜਵਾਬ ਦੇ ਵਿੱਚ ਕਿਹਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਕੀਤੀਆਂ ਸੀ ਉਸ ਦੇ ਮੁਤਾਬਿਕ ਉਹ ਨਹੀਂ ਸੀ, ਇਸ ਕਰਕੇ ਜਿਹੜੀ ਚਾਕੀ ਤੁਹਾਡੀ ਇਸ ਵਾਰੀ ਪਰੇਡ ਦੇ ਵਿੱਚ ਨਹੀਂ ਹੈ। ਪਰ ਉਸ ਦਾ ਅਸਰ ਇਹ ਹੋਇਆ ਕਿ 2023 ਦੇ ਵਿੱਚ, 2022 ਚ ਲਿਖਿਆ ਸੀ, 2023 ਦੇ ਵਿੱਚ ਇਸ ਵਾਰ ਪੱਛਮੀ ਬੰਗਾਲ ਦੀ ਚਾਕੀ ਨਜ਼ਰ ਆਏਗੀ ਸਾਨੂੰ ਕਰਤੱਵਯ ਪਥ ਦੇ ਉੱਤੇ ਪਰੇਡ ਦੇ ਵਿੱਚ। ਮੈਂ ਕਨਕਲੂਜਨ ਵਾਲੇ ਪਾਸੇ ਜਾਣਾ। ਕਲੇਰ ਸਾਹਿਬ, ਸ਼ੁਰੂਆਤ ਤੁਹਾਡੇ ਤੋਂ, ਪਲਾਨ ਆਫ ਐਕਸ਼ਨ ਕੀ ਹੋਣਾ ਚਾਹੀਦਾ? ਤੁਸੀਂ 2017 ਵਾਲਾ ਬੇਸ਼ੱਕ ਜ਼ਿਕਰ ਕਰ ਗਏ, ਪਰ ਮੈਂ ਇੱਥੇ ਇਹ ਵੀ ਮੈਂਸ਼ਨ ਕਰ ਦਵਾਂ ਕਿ ਜਦੋਂ ਪ੍ਰਪੋਜ਼ਲ ਭੇਜੇ ਜਾਂਦੇ ਨੇ ਉਸ ਸਮੇਂ ਕੋਡ ਆਫ ਕੰਡਕਟ ਨਹੀਂ ਲੱਗਿਆ ਹੋਇਆ ਸੀ 2016 ਚ। ਇਹ ਅਰਾਊਂਡ 30 ਸਤੰਬਰ ਤੋਂ ਪਹਿਲਾਂ ਪ੍ਰਪੋਜ਼ਲ ਚਲੇ ਜਾਂਦੇ ਆ ਪੂਰੇ ਥੀਮ ਬਣਾ ਕੇ। ਗੌਰਵ ਜੀ, ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਦੋਂ ਪ੍ਰਪੋਜ਼ਲ ਭੇਜੇ ਜਾਂਦੇ ਆ ਉਦੋਂ ਕੋਡ ਆਫ ਕੰਡਕਟ ਨਹੀਂ ਹੁੰਦਾ, ਪਰ ਜਦੋਂ ਹੁਣ ਆ ਕੇ ਤੁਸੀਂ ਦੇਖੋ ਵੀ ਜਿਸ ਸਮੇਂ ਰਿਜੈਕਟ ਕੀਤਾ ਗਿਆ ਉਸ ਸਮੇਂ ਕੋਡ ਆਫ ਕੰਡਕਟ ਸੀਗਾ। ਉਹ ਜਿਹੜਾ ਫੋਲੋ ਅਪ ਸੀ ਉਸ ਸਮੇਂ ਅਫਸਰਾਂ ਨੇ, ਇਲੈਕਸ਼ਨ ਕਮਿਸ਼ਨ ਨੇ ਜਿਹੜੇ ਰੂਲ ਕਰ ਰਹੇ ਸੀ ਉਹਨਾਂ ਨੇ ਕਰਨਾ ਸੀ। ਪਰ ਮੈਂ ਹੁਣ ਗਰੇਵਾਲ ਸਾਹਿਬ ਦੀ ਤੁਹਾਨੂੰ 3 ਗੱਲਾਂ ਦਾ ਜਵਾਬ ਦਊਂਗਾ। ਮੈਂ ਥੋੜਾ ਛੋਟਾ ਰੱਖਿਓ, ਸਮਾਂ ਬਹੁਤ ਬੁਰਾ। ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਇਹਨਾਂ ਨੂੰ ਹਲੇ ਤੱਕ ਨਹੀਂ ਪਤਾ ਕਿ ਇਹਨਾਂ ਦੀ ਰਿਜੈਕਟ ਕਿਉਂ ਹੋਈ ਹੈ। ਨੰਬਰ 1, ਕਿਉਂਕਿ ਜਿਹੜੀ ਮਿਨਿਸਟਰ ਹੈ ਡਿਪਾਰਟਮੈਂਟ ਦੀ, ਜਦੋਂ ਉਹਦੇ ਕੋਲ ਹੀ ਰੀਜ਼ਨ ਨਹੀਂ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਗਰੇਵਾਲ ਸਾਹਿਬ ਕੋਲੇ ਰੀਜ਼ਨ ਹੈਗਾ। ਗਰੇਵਾਲ ਸਾਹਿਬ ਇੱਕ ਸਿਰਫ ਆਪਣਾ, ਕਿਉਂਕਿ ਡਿਬੇਟ ਦੇ ਉੱਤੇ ਬੈਠੇ ਨੇ, ਕੁਝ ਕਹਿਣਾ ਹੈ ਆਪਣੇ ਲੈਵਲ ਤੇ ਕਹਿ ਰਹੇ ਨੇ, ਪਰ ਅਫੀਸ਼ੀਅਲ ਕਮਿਊਨੀਕੇਸ਼ਨ ਕੋਈ ਨਹੀਂ। ਨੰਬਰ 1 ਕਿ ਗਗਨ ਅਨਮੋਲ ਮਾਨ ਦਾ ਕਹਿਣਾ, ਮੈਂ ਉਹਨਾਂ ਦੇ ਸ਼ਬਦਾਂ ਨੂੰ ਥੋੜਾ ਜਿਹਾ ਤੁਹਾਡੇ ਤੱਕ ਪਹੁੰਚਾ ਦਵਾਂ, ਤੁਸੀਂ ਇਨਫੈਕਟ ਸੁਣਿਆ ਹੋਵੇਗਾ। ਉਹ ਕਹਿੰਦੇ ਕਿ ਮੰਤਰੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਬਿਲਕੁਲ ਠੀਕ ਭੇਜਿਆ ਸੀਗਾ, ਅਸੀਂ ਤਾਂ ਪੇਪਰ ਐਨ ਵਧੀਆ ਕਰਕੇ ਆਏ ਸੀਗੇ, ਉਹ ਨੰਬਰ ਨਹੀਂ ਆਏ ਤਾਂ ਰੀਚੈਕਿੰਗ ਲਈ 3-4 ਦਿਨ ਤੋਂ ਰੌਲਾ ਪੈ ਰਿਹਾ ਤੇ ਮੰਤਰੀ ਨੇ ਕੋਈ ਫਾਲੋ ਅਪ ਨਹੀਂ ਲਿਆ। ਮਤਲਬ ਮਿਨਿਸਟਰੀ ਨੇ ਆਫੀਸ਼ੀਅਲ ਕੋਈ ਕਮਿਊਨੀਕੇਸ਼ਨ ਨਹੀਂ ਕੀਤੀ। ਨੰਬਰ 1। ਨੰਬਰ 2, ਗਰੇਵਾਲ ਸਾਹਿਬ ਡਿਬੇਟ ਕਨਕਲੂਡ ਹੋਣ ਲੱਗੀ ਹੈ, ਐਡਾ ਇੰਪੋਰਟੈਂਟ ਇਸ਼ੂ ਹੈ। ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੀ ਗਵਰਨਮੈਂਟ ਨੇ 8 ਵੱਜ ਚੁੱਕੇ ਨੇ, ਹੁਣ ਤਾਂ ਦਫ਼ਤਰ ਵੀ ਬੰਦ ਹੋ ਗਏ, ਤੁਹਾਨੂੰ ਅੱਜ ਪਤਾ ਸੀ ਸ਼ਾਮ ਤੱਕ, ਕੀ ਤੁਸੀਂ ਕੋਈ ਰਿਟਰਨ ਆਬਜੈਕਸ਼ਨ ਭੇਜਿਆ ਕਿ ਕਿਉਂ ਨਹੀਂ? ਕਿਉਂਕਿ ਫਿਰ ਤਾਂ 26 ਜਨਵਰੀ ਆ ਜਾਣੀ ਹੈ, ਫਿਰ ਤਾਂ ਗੱਲ ਹੀ ਖਤਮ ਹੈ। ਤੁਸੀਂ ਆਹ ਡਾਕੂਮੈਂਟ ਦਿਖਾ ਦਿਓ, ਨਹੀਂ ਤੁਹਾਡੇ ਕੋਲ ਹੈਗਾ। ਔਰ ਤੀਸਰੀ ਗੱਲ ਦੇਖੋ, ਜਿਹੜੀ ਛੋਟੀ ਸਿਆਸਤ ਹੈ ਨਾ ਗਰੇਵਾਲ ਸਾਹਿਬ, ਇਹਨੂੰ ਵੱਡੇ ਕੰਮਾਂ ਚੋਂ ਬਾਹਰ ਲੈ ਕੇ ਆਓ। ਸ਼੍ਰੋਮਣੀ ਅਕਾਲੀ ਦਲ ਤੇ ਲੱਖ ਪੋਲੀਟੀਕਲ ਇਲਜ਼ਾਮ ਲਾ ਲਿਓ, ਮਨਜ਼ੂਰ ਨੇ, ਪਰ ਤੁਸੀਂ ਸਿਆਸਤ ਕਰ ਕਿਹੜੀ ਰਹੇ ਹੋ? ਕਦੇ ਤੁਸੀਂ ਗਵਰਨਰ ਨਾਲ ਐਸਐਸਪੀ ਪਿੱਛੇ ਲੜਦੇ ਹੋ, ਕਦੇ ਤੁਸੀਂ ਗਵਰਨਰ ਨੂੰ ਕਹਿੰਦੇ ਹੋ ਕਿ ਜੀ ਸਾਡੇ ਐਮਐਲਏ ਕੋਈ ਖਰੀਦ ਰਿਹਾ ਹੈ। ਸੋ ਇਹ ਛੋਟੀ ਸਿਆਸਤ, ਜਿਹੜੀ ਦਿੱਲੀ ਦੀ ਸਿਆਸਤ ਹੈ ਨਾ ਕਿ ਹਰ ਚੀਜ਼ ਦਾ ਵਿਕਟਮ ਕਾਰਡ ਖੇਡੋ, ਪੰਜਾਬ ਦੇ ਵਿੱਚ ਵੀ ਵਿਕਟਮ ਕਾਰਡ ਖੇਡੋ, ਇਹਦੇ ਨਾਲ ਇਸ਼ੂਜ਼ ਹੱਲ ਨਹੀਂ ਹੋਣੇ। ਬੀਜੇਪੀ ਦੀ ਸਰਕਾਰ ਨੂੰ ਵੀ ਕਹਿੰਦੇ ਆ ਕਿ ਇਹ ਦਿਲਾਂ 'ਚ ਫਰਾਕ ਦਿਲੀ ਦਿਖਾਉਣੀ ਚਾਹੀਦੀ ਹੈ। ਅਗਰ ਕੋਈ ਉਹਦੇ 'ਚ ਕੋਈ ਕਮੀ ਸੀ ਤਾਂ ਦੱਸ ਦੇ, ਕਲੀਅਰ ਕਰਾਉਂਦੇ। ਔਰ ਆਮ ਆਦਮੀ ਪਾਰਟੀ ਨਹੀਂ ਕਰਦੀ, ਉਹ ਵੀ ਲੋਕਾਂ 'ਚ ਰੱਖੋ, ਔਰ ਆਮ ਆਦਮੀ ਪਾਰਟੀ ਵੀ ਲੋਕਾਂ ਦੇ ਵਿੱਚ ਰੱਖੇ ਕਿ ਬੀਜੇਪੀ ਦੀ ਸਰਕਾਰ ਨੇ ਕਿਉਂ ਰਿਜੈਕਟ ਕੀਤੀ ਪੰਜਾਬ ਦੀ ਝਾਕੀ, ਇਹਨਾਂ ਨੇ ਕੀ ਆਬਜੈਕਸ਼ਨ ਲਿਆ, ਔਰ ਦਾਅਵੇ ਨਾਲ ਕਹਿਣਾ ਨਹੀਂ ਲਿਆ ਆਬਜੈਕਸ਼ਨ, ਜੇ ਹੈਗਾ ਤਾਂ ਦੱਸ ਦਿਓ। ਚਲੋ ਮੈਂ ਛੋਟਾ ਰਿਐਕਸ਼ਨ। ਸੋਈ ਸਾਹਿਬ,
ਦੇਖੋ ਪਲਾਨ ਆਫ ਐਕਸ਼ਨ ਦਾ ਮੈਂ ਇਸ ਕਰਕੇ ਵੀ ਜ਼ਿਕਰ ਕਰ ਰਿਹਾ, ਬੇਸ਼ੱਕ ਤੁਸੀਂ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਪਰ ਉਸ ਤੋਂ ਪਹਿਲਾਂ ਤੁਸੀਂ ਪੰਜਾਬੀ ਵੀ ਹੋ, ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੋ। ਤੇ ਜੇ ਝਾਕੀ ਨਹੀਂ ਹੋਏਗੀ ਤਾਂ ਕਮਲਜੀਤ ਸੋਈ ਨੂੰ ਵੀ ਚੰਗਾ ਨਹੀਂ ਲੱਗ ਰਿਹਾ ਹੋਏਗਾ, ਅਸੀਂ ਉਮੀਦ ਕਰਦੇ ਹਾਂ। ਤਾਂ ਸਵਾਲ ਇਹੀ ਹੈ ਕਿ ਜੇਕਰ ਸੈਂਟਰ ਦੇ ਵੱਲੋਂ ਰਿਜੈਕਟ ਹੋਈ ਵਜ੍ਹਾ ਕੋਈ ਵੀ ਰਹੀ ਹੋਵੇ ਤਾਂ ਫਿਰ ਹੁਣ ਪਲਾਨ ਆਫ ਐਕਸ਼ਨ ਤਾਂ ਸਭ ਨੂੰ ਸੋਚਣਾ ਹੋਏਗਾ ਨਾ ਕਿ ਝਾਕੀ ਪੰਜਾਬ ਦੀ ਹਮੇਸ਼ਾ ਨਜ਼ਰ ਆਵੇ। ਗੌਰਵ ਜੀ ਬੇਸਿਕ ਪ੍ਰੋਬਲਮ ਉਹੀ ਹੈ ਕਿ ਨੋਨ ਗਵਰਨੈਂਸ ਹੈਗੀ ਹੈ, ਨੋਬਡੀ ਨੋਸ ਕਿ ਹੂ ਇਜ਼ ਰੂਲਿੰਗ ਦਾ ਸਟੇਟ, ਚੀਫ ਮਿਨਿਸਟਰ ਕੌਣ ਹੈ। ਹੁਣ ਜਦੋਂ ਤੱਕ ਮੰਤਰੀ ਨੂੰ ਕੁਝ ਨਹੀਂ ਪਤਾ, ਚੀਫ ਮਿਨਿਸਟਰ ਨੂੰ ਕੁਝ ਨਹੀਂ ਪਤਾ ਹੂ ਇਜ਼ ਰੂਲਿੰਗ ਦਾ ਸਟੇਟ। ਹੁਣ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਹੈ, ਹੁਣ ਨਾਓ ਦਿਸ ਇਜ਼ ਬਿਟਵੀਨ ਦੀ ਸਟੇਟ ਪੈਰਾਫਰਨੇਲੀਆ ਐਂਡ ਦੀ ਡਿਫੈਂਸ ਮਿਨਿਸਟਰੀ। ਹੁਣ ਇਸ ਵਕਤ ਇਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜੇ ਵੀ ਪੈਰਾਮੀਟਰ ਇਹਨਾਂ ਨੇ ਮੀਟ ਨਹੀਂ ਸੀ ਕਰਦੇ, ਉਹਨੂੰ ਪੈਰਾਮੀਟਰ ਨੂੰ ਮੀਟ ਕਰਕੇ ਪੰਜਾਬੀਆਂ ਦੀ ਇੱਜ਼ਤ ਨੂੰ ਨਾ ਰੋਲਦੇ ਤੇ ਪੰਜਾਬ ਦੀ ਝਾਕੀ 26 ਜਨਵਰੀ 2023 ਨੂੰ ਨਜ਼ਰ ਆਉਂਦੀ। ਹੁਣ ਉਸ ਕੰਮ 'ਚ ਫੇਲ ਹੋਏ ਨੇ। ਅਜੇ ਵੀ ਇਹਨਾਂ ਨੂੰ ਜਾਗਣਾ ਚਾਹੀਦਾ ਹੈਗਾ ਕਿ ਮੁੱਖ ਮੰਤਰੀ ਸਾਹਿਬ ਮਹਾਰਾਸ਼ਟਰ ਦਾ ਦੌਰਾ ਰੱਦ ਕਰਕੇ ਤੇ ਵਾਪਸ ਆ ਜਾਣ ਤੇ ਜਾ ਕੇ ਡਿਫੈਂਸ ਮਿਨਿਸਟਰੀ ਨੂੰ ਕੋਆਰਡੀਨੇਸ਼ਨ ਕਰਨ। ਜੇ ਕਿਤੇ ਜਦੋਂ ਜੋ ਇਹਨਾਂ ਨੇ ਗਰੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਨਸ਼ਾ ਦਿਖਾਉਣਾ ਸੀਗਾ, ਅਸੀਂ ਗੈਂਗਸਟਰ ਦਿਖਾਣੇ ਸੀਗੇ, ਜੇ ਉਧਰ ਦੀ ਝਾਕੀਆਂ ਦਿਖਾਣੀਆਂ ਸੀਗੀਆਂ ਤੇ ਪੰਜਾਬ 'ਚ ਹਰ ਰੋਜ਼ ਝਾਕੀਆਂ ਨਿਕਲ ਰਹੀਆਂ, ਫਿਰ ਤੇ ਪੰਜਾਬੀਆਂ ਨੂੰ ਜੋ ਇਹਨਾਂ ਦਾ ਨਿਕਲ ਕੇ ਬਾਹਰ ਆਉਣਾ ਸੀ ਤਾਂ ਨਜ਼ਰ ਨਹੀਂ ਆ ਰਿਹਾ। ਫਿਰ ਤੇ ਚੰਗਾ ਹੋਇਆ ਨਹੀਂ ਨਿਕਲੀ। ਤੇ ਮੈਨੂੰ ਲੱਗਦਾ ਹੈਗਾ ਕਿ ਇਸ ਵਕਤ ਇਹਨਾਂ ਨੂੰ ਜ਼ਰੂਰਤ ਹੈਗੀ ਹੈ। ਦੇਖੋ ਲੋਕ ਸੋਈ ਸਾਹਿਬ ਇਹ ਵੀ ਸੋਚ ਚੱਲ ਕੇ ਜੀ ਸੋਈ ਸਾਹਿਬ ਲੋਕ ਇਹ ਵੀ ਸੋਚ ਰਹੇ ਹੋਣੇ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਥੀਮ ਦੇ ਮੁਤਾਬਿਕ ਭੇਜੀ ਪ੍ਰਪੋਜ਼ਲ, ਤੇ ਦੂਜੇ ਪਾਸੇ ਬੀਜੇਪੀ ਦਾ ਤਰਕ ਹੈ ਕਿ ਪ੍ਰਪੋਜ਼ਲ ਉਸ ਦੇ ਅਕੋਰਡਿੰਗ ਨਹੀਂ ਸੀ। ਤਾਂ ਦੋਵਾਂ ਦੇ ਡਾਕੂਮੈਂਟ ਅੱਜ ਹੱਥਾਂ ਦੇ ਵਿੱਚ ਹੁੰਦੇ ਤਾਂ ਜ਼ਿਆਦਾ ਸੋਹਣਾ ਲੱਗਦਾ, ਲੋਕਾਂ ਤੱਕ ਵੀ ਗੱਲ ਪਹੁੰਚਦੀ ਕਿ ਦੇਖੋ ਆਹ ਡਾਕੂਮੈਂਟ ਅਸੀਂ ਅਕੋਰਡਿੰਗ ਟੂ ਥੀਮ ਭੇਜੀ ਆ, ਤੁਸੀਂ ਕਹਿੰਦੇ ਕਿ ਨਹੀਂ ਅਕੋਰਡਿੰਗ ਟੂ ਥੀਮ ਨਹੀਂ ਭੇਜੀ, ਆ ਡਾਕੂਮੈਂਟ ਹੈ। ਮੇਰੇ ਕੋਲ ਸਮਾਂ ਬਹੁਤ ਪੂਰਾ ਮੈਂ ਖੜਿਆਲ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ, ਤੁਸੀਂ ਪਲਾਨ ਆਫ ਐਕਸ਼ਨ ਦਾ ਜ਼ਿਕਰ ਕਰ ਰਹੇ ਹੋ, ਪਰ ਸਵਾਲ ਇਹੀ ਹੈ ਕਿ ਇਹ ਇੱਕ ਰੂਟੀਨ ਦਾ ਪ੍ਰੋਸੈਸ ਤਾਂ ਨਹੀਂ ਹੈ ਕਿ ਸਾਰੇ ਸੂਬਿਆਂ ਨੂੰ ਥਾਂ ਨਹੀਂ ਮਿਲਦੀ, ਕੁਝ ਨੂੰ ਮਿਲਦੀ ਹੈ ਤਾਂ ਉਹਨਾਂ ਦੇ ਵਿੱਚ ਇਸ ਵਾਰ ਪੰਜਾਬ ਦਾ ਨੰਬਰ ਨਹੀਂ ਹੈ। ਇਸ ਤਰੀਕੇ ਨਾਲ ਇਸ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ। ਗਲਤ ਤੁਸੀਂ ਹਿਸਟਰੀ ਚੱਕ ਕੇ ਦੇਖ ਲਓ ਕਿ ਪੰਜਾਬ ਨੂੰ 99% ਆਫ ਦ ਟਾਈਮਸ ਐਕਸੈਪਟੈਂਸ ਮਿਲੀ ਹੈ, ਪੰਜਾਬ ਦੀ ਝਾਕੀ ਨਿਕਲੀ ਹੈ। ਇਹ ਪਹਿਲੀ ਵਾਰੀ ਆਏ ਹੈ ਪੰਜਾਬ ਦੇ ਪਹਿਲੇ ਸਾਲ 'ਚ ਹੀ ਪੰਜਾਬ ਦੀ ਝਾਕੀ ਨਹੀਂ ਨਿਕਲ ਰਹੀ। ਇੱਥੇ ਦਿੱਲੀ ਦੇ ਵਿੱਚ ਵੀ ਸੇਮ ਹਾਲ ਹੈ। ਇੱਥੇ ਇੱਕ ਚੀਜ਼ ਪ੍ਰੂਵ ਹੋ ਜਾਂਦੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗਲਤੀ ਹੈ। ਦੂਜਾ ਬੀਜੇਪੀ ਨੂੰ ਮੈਂ ਇੱਕ ਸਵਾਲ ਪੁੱਛਿਆ ਸੀਗਾ, ਉਹਦਾ ਜਵਾਬ ਕੋਈ ਨਹੀਂ ਵੀ ਐਗਜ਼ੈਕਟਲੀ ਕਿੱਥੇ ਵਾਇਲੇਸ਼ਨ ਹੋਈ ਉਹਨੂੰ ਪਿਨ ਪੁਆਇੰਟ ਕਰ ਦਿਓ। ਜੇ ਨਹੀਂ ਦੱਸ ਸਕੇ ਸੋਈ ਸਾਹਿਬ ਮਤਲਬ ਵਾਇਲੇਸ਼ਨ ਕੋਈ ਨਹੀਂ, ਤੇ ਜੇ ਵਾਇਲੇਸ਼ਨ ਕੋਈ ਨਹੀਂ ਤੇ ਆਮ ਆਦਮੀ ਪਾਰਟੀ ਕੋਲੇ ਵਧੀਆ ਪੁਆਇੰਟ ਸੀ, ਵਧੀਆ ਮਤਲਬ ਅਸੀਂ ਸਹੀ ਸੀ, ਸਾਡੇ ਕੋਲੇ ਚਾਂਸ ਸੀਗਾ ਲੜਨ ਦਾ, ਕਿਉਂਕਿ ਸਾਡੇ ਕੋਲੇ ਲਾਅ ਜਿਹੜਾ ਹੈ ਸਾਨੂੰ ਸਪੋਰਟ ਕਰ ਰਿਹਾ ਹੈ, ਸਾਡੇ ਕੋਲ ਪ੍ਰੈਸੀਡੈਂਟ ਹੈ, ਸਾਡੇ ਕੋਲ ਪਾਸਟ ਚਾਕੀਆਂ ਨਿਕਲਦੀ ਰਹੀਆਂ, ਉਹਦੇ ਬਾਵਜੂਦ ਇਹਨਾਂ ਨੇ ਕੁਝ ਨਹੀਂ ਕੀਤਾ। ਤੀਜਾ ਤੁਸੀਂ ਦੇਖੋ ਜਦੋਂ ਦੀ ਆਪ ਆਈ ਹੈ BBMP, ਸੈਟਕੋ, ਸੈਂਟਰਲ ਸਰਵਿਸ ਰੂਲਸ, ਚੰਡੀਗੜ੍ਹ ਤੇ SYL ਤੇ ਹੁਣ ਜਦੋਂ ਦੇ ਆਏ ਹੈ ਪੰਜਾਬ ਦੇ ਹੱਕ ਜਿਹੜੇ ਇੱਕ ਤੋਂ ਬਾਅਦ ਇੱਕ ਜਿਹੜੇ ਕੰਪਰੋਮਾਈਜ਼ ਹੁੰਦੇ ਜਾ ਰਹੇ ਹੈ, ਬਹੁਤ ਮੰਦਭਾਗੀ ਗੱਲ ਹੈ। ਮੇਰੇ ਕੋਲ ਸਮਾਂ ਖਤਮ ਹੈ। ਗਰੇਵਾਲ ਸਾਹਿਬ ਇੱਕ ਫਾਈਨਲ ਕਮੈਂਟ ਤੁਹਾਡਾ, ਲੋਕ ਪੰਜਾਬ ਦੇ ਜਾਣਨਾ ਚਾਹੁੰਦੇ ਨੇ ਕਿ ਅੱਗੇ ਦਾ ਐਕਸ਼ਨ ਪਲਾਨ ਕੀ ਹੈ। ਦੱਸੋ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਸਰਕਾਰ ਇਹ ਕਰਨ ਜਾ ਰਹੀ ਹੈ ਤਾਂ ਕਿ ਸੈਂਟਰ ਤੱਕ ਇਹ ਗੱਲ ਪਹੁੰਚ ਸਕੇ ਕਿ ਜੇ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਜਾਏਗਾ ਤਾਂ ਪੰਜਾਬ ਦੀ ਸਰਕਾਰ ਆਪਣੀ ਨਾਰਾਜ਼ਗੀ ਕੁਝ ਇਸ ਤਰੀਕੇ ਨਾਲ ਜਤਾਏਗੀ। ਗੌਰਵ ਜੀ ਮੈਂ ਸਿਰਫ ਇੱਕ ਅਪੀਲ ਕਰਦਾ, ਮੈਨੂੰ ਮੇਰੀ ਗੱਲ ਸੁਣ ਦਿੱਤੀ ਜਾਵੇ। ਪਹਿਲੀ ਗੱਲ ਜੀ, ਪੰਜਾਬ ਦੀ ਲੜਾਈ ਲੜਨ ਆਏ ਆ, ਪੰਜਾਬ ਦੇ ਸੱਭਿਆਚਾਰ ਦੀ, ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਇਤਿਹਾਸ ਦੀ ਲੜਾਈ ਲੜਨ ਆਏ ਆ ਐਂਡ ਪੰਜਾਬ ਦੇ ਲੋਕਾਂ ਨੇ ਓਵਰਵੈਲਮਿੰਗ ਮੈਜੋਰਟੀ ਨਾਲ ਚੁਣਿਆ, ਉਹ ਲੜਾਂਗੇ। ਇਹ ਆਈਡੀਆ ਪ੍ਰੋਪੋਗੇਟ ਕਰਦਾ ਹੈ। ਇਹਦੇ ਚ ਜੋ ਵੀ ਅੱਜ ਦੁਪਹਿਰੇ ਸਰਕਾਰ ਵੱਲੋਂ ਸਰਕਾਰਾਂ ਅਖਬਾਰਾਂ ਤੇ ਨਹੀਂ ਚੱਲਦੀਆਂ ਜੀ, ਅੱਜ ਕੇਂਦਰ ਵੱਲੋਂ ਦੁਪਹਿਰੇ ਨੋਟੀਫਿਕੇਸ਼ਨ ਆਈ ਹੈ, ਉਹਦੇ ਕਾਰਨ ਦੇਣਗੇ ਜੋ ਵੀ ਵਾਟ ਐਵਰ ਪੋਲੀਟੀਕਲ ਔਰ ਲੀਗਲ ਔਰ ਐਨੀ ਪ੍ਰੋਸੈਸ ਇਜ਼ ਰਿਕੁਆਇਰਡ ਹੋਊਗਾ। ਨੰਬਰ 1। ਨੰਬਰ 2, ਜਦੋਂ ਤੁਹਾਨੂੰ ਸੇਮ ਗੱਲ ਦਾ ਸਵਾਲ ਪੁੱਛਿਆ ਜਾਂਦਾ ਕਿ ਰਾਜਸਥਾਨ ਛੱਤੀਸਗੜ੍ਹ ਕੀ ਹੋ, ਤੁਸੀਂ ਜਵਾਬ ਦੇ ਸਕਦੇ ਕੋਈ ਗੱਲ ਨਹੀਂ। ਅਕਾਲੀ ਦਲ ਭਾਜਪਾ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਨੇ, ਚਲੋ ਤੁਸੀਂ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਸੀ। ਤੁਸੀਂ ਵਿਕਟਮ ਕਾਰਡ, ਅਸੀਂ ਕੋਈ ਵਿਕਟਮ ਕਾਰਡ ਨਹੀਂ ਖੇਡ ਰਹੇ ਭਾਈ ਸਾਹਿਬ। ਅਸੀਂ ਇੱਕ ਗੱਲ ਕਹਿ ਰਹੇ ਹਾਂ, ਸਿੰਪਲ ਜੀ ਗੱਲ ਹੈ ਕਿ ਗਵਰਨਰ ਸਾਹਿਬ ਜਿੱਥੇ ਵੀ ਸਟੇਟ ਕਿਤੇ ਵੀ ਜਿੱਥੇ ਬੀਜੇਪੀ ਦੀ ਸਰਕਾਰ ਹੈ, ਗਵਰਨਰ ਸਾਹਿਬ ਨਿਊਟਰਲ ਨਹੀਂ ਹੋ ਕੇ ਚੱਲ ਰਹੇ। ਅੱਜ ਕੇਂਦਰ ਸਰਕਾਰ ਸ਼ਰੇਆਮ ਵਿਤਕਰਾ ਕਰ ਰਹੀ ਹੈ। ਪੰਜਾਬ ਦੇ ਹੱਕਾਂ ਦੀ ਇੰਨੀ ਚਿੰਤਾ ਸੀ, ਇੰਨੀ ਫਿਕਰ ਸੀ, ਤੁਹਾਡੀ ਸਰਕਾਰ ਨੇ ਕੈਂਸਲ ਕੀਤਾ, ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਸੀਗੇ 2017 ਇਲੈਕਸ਼ਨ ਅਸੀਂ ਇਹ ਪਾਵਰ ਰੱਖਦੇ ਹਾਂ। ਅੱਜ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਅਸੀਂ ਆਈਡੀਆ ਪੰਜਾਬ ਦਾ ਤੇ ਦੇਸ਼ ਦਾ ਦਿਖਾਉਣਾ ਚਾਹੁੰਦੇ ਸੀ, ਉਹ ਇਹ ਦੱਬ ਨਹੀਂ ਪਾਉਣਗੇ। ਹੋਪਫੁਲੀ ਤੁਸੀਂ ਆਪਣੀ ਗੱਲ ਰੱਖੀਏ, ਮੈਨੂੰ ਕਨਕਲੂਡ ਕਰਨਾ ਹੋਏਗਾ ਜੀ। ਗਰੇਵਾਲ ਸਾਹਿਬ ਮਾਫੀ ਚਾਹੁੰਦੇ, ਵਿਚਾਲੇ ਰੋਕ ਰਹੇ ਹਾਂ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਝਾਕੀ ਦਾ ਨਹੀਂ, ਮੁੱਦਾ ਇਹ ਪੰਜਾਬ ਦਾ ਮੁੱਦਾ ਇਸ ਕਰਕੇ ਪੰਜਾਬ ਦਾ ਹੈ ਕਿਉਂਕਿ ਜੇ ਪੰਜਾਬ ਨਜ਼ਰ ਨਹੀਂ ਆਏਗਾ ਪਰੇਡ ਦੇ ਵਿੱਚ ਤਾਂ ਪੰਜਾਬੀਆਂ ਨੂੰ ਸ਼ਾਇਦ ਮਜ਼ਾ ਨਾ ਆਵੇ। ਪਰ ਗੱਲ ਇਹ ਵੀ ਹੈ ਕਿ 26 ਜਨਵਰੀ ਸਾਡਾ ਸਾਰਿਆਂ ਦਾ ਹੈ
ਉਹ ਚਾਹੇ ਫਿਰ ਮਹਾਰਾਸ਼ਟਰ ਦੀ ਝਾਕੀ ਹੋਵੇ ਜਾਂ ਫਿਰ ਕਿਸੇ ਹੋਰ ਸਟੇਟ ਦੀ, ਹਰਿਆਣਾ ਦੀ ਹੋਵੇ, ਦਿੱਲੀ ਦੀ ਹੋਵੇ ਜਾਂ ਕਿਸੇ ਦੀ ਵੀ। ਕਿਉਂਕਿ ਜਦੋਂ ਦੇਸ਼ ਭਗਤੀ ਦਾ ਜ਼ਿਕਰ ਆਉਂਦਾ ਤਾਂ ਆਪਾਂ ਸਿਰਫ ਪੰਜਾਬ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਜ਼ਿਕਰ ਕਰਦੇ ਹਾਂ। ਤਾਂ 26 ਜਨਵਰੀ ਦਾ ਇੰਤਜ਼ਾਰ ਜ਼ਰੂਰ ਰਹੇਗਾ। ਬੇਸ਼ੱਕ ਪੰਜਾਬ ਦੀ ਝਾਕੀ ਨਹੀਂ ਹੋਏਗੀ, ਪਰ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬੀਆਂ ਦੇ ਉਤਸ਼ਾਹ ਦੇ ਵਿੱਚ 26 ਜਨਵਰੀ ਨੂੰ ਲੈ ਕੇ ਕੋਈ ਕਮੀ ਨਹੀਂ ਆਏਗੀ। ਪ੍ਰਾਈਮ ਟਾਈਮ ਅੱਜ ਦੇ ਲਈ ਇੰਨਾ ਹੀ।